कुछ ही देर ਦੇ श्री अकाल तख्त साहिब ਅੰਮ੍ਰਿਤਪਾਲ ਪਹੁੰਚਣ ਵਾਲੇ ਨੇ ਤੇ ਸਮਰਥਕਾਂ ਦੇ ਨਾਲ ਯਾਤਰਾ ਸ਼ੁਰੂ ਕਰਨਗੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ, ਤਸਵੀਰਾਂ ਸਿੱਧੀਆਂ ਤਸਵੀਰਾਂ ਵੀ ਦਿਖਾਵਾਂਗੇ ਤੇ ਇਸ ਦੇ ਨਾਲ ਹੀ ਸਮਰਥਕਾਂ ਦੇ ਨਾਲ ਅੰਮ੍ਰਿਤਪਾਲ ਯਾਤਰਾ ਸ਼ੁਰੂ ਕਰਨ ਵਾਲੇ ਨੇ ਤੇ ਉਹ ਯਾਤਰਾ ਖਾਲਸਾ ਵੀਰ ਜਿਸ ਦੀ ਸ਼ੁਰੂਆਤ ਹੋਵੇਗੀ ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਤੋਂ श्री अकाल तख्त साहिब ते अरदास मगरों शुरुआत होगी ते कुछ दिन बाद श्री आनंदपुर साहिब जाके संपन्न होगी। पड़ाववार 13 थावां ते खालसा वीर यात्रा रुकेगी ते खालसा वीर जदों रवाना होगी, रवानगी हुई खालसा वीर दी उस वेले तो लैके अगले 13 दिनों तक जिहड़ा हैगा अगले कई दिनों तक 13 ਵੱਖ-ਵੱਖ पड़ाव जिहड़े हैगे इस यात्रा दे होणगे और इस पड़ाव दे विच जिहड़ा हैगा 13 ਵੱਖ-ਵੱਖ थावां ते ਅੰਮ੍ਰਿਤਪਾਲ ਦਾ ਸ਼ਡਿਊਲ ਕੀ ਰਹੇਗਾ ਕਿ ਉਹ ਲੋਕਾਂ ਨੂੰ ਸੰਬੋਧਨ ਕਰਨਗੇ ਕਿ ਕੋਈ ਖਾਸ ਮੁਹਿੰਮ ਜਿਹੜੀ ਹੈਗੀ ਹੈ ਯਾਤਰਾ ਦਾ ਮਕਸਦ ਕੀ ਹੈਗਾ। ਬਹੁਤ ਸਾਰੀਆਂ ਚੀਜ਼ਾਂ ਜਿਹੜੇ ਸਵਾਲ ਸਾਡੇ ਦਰਸ਼ਕਾਂ ਦੇ ਜ਼ਿਹਨ ਵਿੱਚ ਵੀ ਹੋਣਗੇ। ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਸਿੱਧਾ ਰੁਕ ਕਰਦੇ ਹਾਂ ਨਪਿੰਦਰ ਬਰਾੜ ਮੇਰੇ ਸਹਿਯੋਗੀ ਇਸ ਵੇਲੇ ਉਸ ਥਾਂ ਤੇ ਮੌਜੂਦ ਨੇ ਜਿੱਥੋਂ ਖਾਲਸਾ ਵੀਰ ਸ਼ੁਰੂ ਹੋਣ ਵਾਲੀ ਹੈ। ਨਪਿੰਦਰ ਬੜਾ ਇੱਕ ਵੱਖਰਾ ਮਾਹੌਲ ਹੈ ਇਸ ਵੇਲੇ ਉਸ ਥਾਂ ਤੇ ਜਿੱਥੇ ਤੁਸੀਂ ਮੌਜੂਦ ਹੋ, ਕੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਔਰ ਇਸ ਸ਼ੁਰੂਆਤ ਦਾ ਮਕਸਦ ਕੀ? ਅਸੀਂ ਇਸ ਵੇਲੇ ਗਲਿਆਰੇ ਦੇ ਵਿੱਚ ਮੌਜੂਦ ਹਾਂ ਸ਼੍ਰੀ ਦਰਬਾਰ ਸਾਹਿਬ, ਕਿਉਂਕਿ ਅੱਜ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਲ ਹੋਰਾਂ ਨੇ ਖਾਲਸਾ ਵਹੀਰ ਦੀ ਸ਼ੁਰੂਆਤ ਕਰਨੀ ਹੈ ਔਰ ਅੰਮ੍ਰਿਤਪਾਲ ਆਪਣੇ ਜਿਹੜੇ ਉਹਨਾਂ ਦੇ ਨਾਲ ਹੋਰ ਸਮਰਥਕ ਨੇ ਉਹਨਾਂ ਸਮੇਤ ਪਹੁੰਚ ਚੁੱਕੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸਵਾਰੀ ਹੈ ਜਿਹੜੀ ਉਹ ਵੀ ਪਹੁੰਚ ਚੁੱਕੀ ਔਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਥੋਂ ਜਿਹੜਾ ਹੈਗਾ ਜਥਾ ਅਕਾਲ ਤਖਤ ਸਾਹਿਬ ਵੱਲ ਪਹਿਲਾਂ ਮੱਥਾ ਟੇਕੇਗਾ, ਅਰਦਾਸ ਕੀਤੀ ਜਾਏਗੀ, ਅਰਦਾਸ ਉਪਰੰਤ ਇੱਥੋਂ ਰਵਾਨਾ ਹੋਣਗੇ ਔਰ ਇਹ ਜਿਹੜਾ ਪੜਾਅਵਾਰ ਇੱਕ ਸਮਾਗਮ ਕਹਿ ਸਕਦੇ ਆ ਜਾਂ ਇੱਕ ਵਹੀਰ ਜਿਹੜਾ ਇੱਕ ਪ੍ਰੋਗਰਾਮ ਹੈ ਖਾਲਸਾਈ ਵਹੀਰ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਤਾਂ ਉਹਦੇ ਤਹਿਤ ਕਿਤੇ ਨਾ ਕਿਤੇ ਪੰਥ ਦੇ ਨਾਲ ਜਾਂ ਫਿਰ ਧਰਮ ਦੇ ਨਾਲ ਸਿੱਖੀ ਦੇ ਵਿੱਚ ਜਿਹੜੇ ਮੰਨ ਲਓ ਕਿ ਕੁਝ ਚਾਹੇ ਨੌਜਵਾਨ ਚਾਹੇ ਕੁਝ ਪਰਿਵਾਰ ਕਈ ਵਾਰ ਭਟਕ ਜਾਂਦੇ ਆ ਜਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵਾਪਸ ਗੁਰੂ ਨਾਲ ਜੋੜਨ ਦੇ ਲਈ ਇਹ ਇੱਕ ਮਿਸ਼ਨ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਔਰ ਰਾਜੀਵ ਸਾਡੇ ਨਾਲ ਨੇ, ਰਾਜੀਵ ਨਾਲ ਵੀ ਅਸੀਂ ਗੱਲਬਾਤ ਕਰਦੇ ਰਹਾਂਗੇ ਤਾਂ ਕਿ ਹਰ ਪਹਿਲੂ ਦਾ ਹਰ ਫੈਕਟ ਬਾਰੇ ਜਿਹੜੀ ਇਹ ਜਾਣਕਾਰੀ ਅਸੀਂ ਦੇ ਸਕੀਏ। ਅਜੇ ਤੁਸੀਂ ਥੋੜਾ ਦੂਰ ਤੋਂ ਦੂਸਰਾ ਕੈਮਰਾ ਆਪਣਾ ਨੇੜੇ ਦੀਆਂ ਤਸਵੀਰਾਂ ਦਿਖਾ ਰਿਹਾ ਤਾਂ ਰਾਜੀਵ ਵੀ ਸਾਡੇ ਨਾਲ ਨੇ। ਰਾਜੀਵ, ਇਸ ਪੂਰੇ ਪ੍ਰੋਗਰਾਮ ਬਾਰੇ ਕਿਉਂਕਿ ਤੁਸੀਂ ਲਗਾਤਾਰ ਕਈ ਦਿਨਾਂ ਤੋਂ ਲੱਗੇ ਹੋਏ ਹੋ, ਤੁਹਾਡੇ ਕੋਲ ਜਿੰਨੀ ਜਾਣਕਾਰੀ ਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਔਰ ਪੜਾਅਵਾਰ ਪ੍ਰੋਗਰਾਮ ਜਿਵੇਂ ਅੱਜ ਸ਼ੁਰੂ ਹੋਣ ਜਾ ਰਿਹਾ ਤਾਂ ਰਵਾਇਤੀ ਤੌਰ ਤੇ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਖਾਲਸਾ ਪੰਥ ਦੇ ਵਿੱਚ ਰਵਾਇਤੀ ਤੌਰ ਤੇ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਸੀ, ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਸੀ ਤਾਂ ਉਸੇ ਲਈ ਤੇ ਕਹਿ ਸਕਦੇ ਹਾਂ ਕਿ ਇਹ ਪ੍ਰੋਗਰਾਮ ਲਿਖੇ ਗਏ ਨੇ। ਬਿਲਕੁਲ, ਜਿਹੜਾ ਇਸ ਦਾ ਨਾਮ ਖਾਲਸਾ ਵਹੀਰ ਰੱਖਣਾ ਕਿਤੇ ਨਾ ਕਿਤੇ ਇੱਕੋ ਇੱਕ ਮਕਸਦ ਹੈ ਕਿ ਜਿਹੜੀਆਂ ਪੰਥਕ ਰਵਾਇਤਾਂ ਸੀ ਉਸ ਨੂੰ ਮੁੜ ਸੁਰਜੀਤ ਕਰਨਾ। ਯਾਨੀ ਕਿ ਜੇਕਰ ਮੈਂ ਸੌਖੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਵਹੀਰ ਨੂੰ ਇੱਕ ਅਸੀਂ ਕਾਫਲਾ ਜਦੋਂ ਇੱਕ ਅਗਵਾਈ ਕੋਈ ਯੋਗ ਅਗਵਾਈ ਕਿਸੇ ਕਾਫਲੇ ਦੀ ਕਰਦਾ ਤਾਂ ਉਹ ਕਾਫਲਾ ਵੱਡਾ ਹੁੰਦਾ ਜਾਂਦਾ ਤਾਂ ਉਸ ਨੂੰ ਜਦੋਂ ਅਸੀਂ ਵੱਡੇ ਜਿਹੜੇ ਸਮਾਗਮ ਦੇਖਦੇ ਹਾਂ ਧਾਰਮਿਕ ਤਾਂ ਉੱਤੇ ਵੀ ਅਕਸਰ ਸਟੇਜਾਂ ਤੋਂ ਇਹ ਕਿਹਾ ਜਾਂਦਾ ਕਿ ਵਹੀਰਾ ਕੱਤ ਕੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੋ। ਤਾਂ ਕਿਤੇ ਨਾ ਕਿਤੇ ਇੱਕ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖਾਲਸਾ ਪੰਥ ਦੇ ਨਾਲ ਜੋੜਨ ਦੀ ਕੋਸ਼ਿਸ਼ ਹੈ ਔਰ ਜੇਕਰ ਇਸ ਸਮੇਂ ਵਹੀਰ ਦਾ ਪੂਰਾ ਜਿਹੜਾ ਪ੍ਰੋਗਰਾਮ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਜੋ ਹੈ ਅਰਦਾਸ ਕੀਤੀ ਜਾਣੀ ਉਸ ਤੋਂ ਬਾਅਦ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾਣੀ। ਉਸ ਤੋਂ ਬਾਅਦ ਜੰਡਿਆਲਾ ਗੁਰੂ ਵਿਖੇ ਅੱਜ ਪਹਿਲਾ ਪੜਾਅ ਹੈ, ਫਿਰ ਮਹਿਤਾ ਚੌਂਕ ਜਿੱਥੇ ਦਮਦਮੀ ਆਪਾਂ ਅੱਗੇ ਵੀ ਚੱਲਦੇ ਆਂ, ਆਪਾਂ ਪੜਾਅ ਦੀ ਗੱਲ ਕਰਦੇ ਆਂ। ਜਦੋਂ ਜੰਡਿਆਲਾ ਗੁਰੂ ਸੰਗਤ ਪਹੁੰਚ ਜਾਏਗੀ ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ ਔਰ ਬਾਕੀ ਸੰਗਤ ਜਿਹੜੀ ਉੱਥੇ ਪਹੁੰਚ ਜਾਏਗੀ ਤਾਂ ਕੀ ਪ੍ਰੋਗਰਾਮ ਜਿੱਦਾਂ ਮੰਨ ਲਓ ਸ਼ਾਮ ਨੂੰ ਪਹੁੰਚ ਜਾਂਦੇ ਆ ਤਾਂ ਕਿਉਂਕਿ ਬੇਸ਼ੱਕ ਮੋਟਾ ਸਾਡੇ ਦਰਸ਼ਕਾਂ ਨੂੰ ਪਤਾ ਹੋਵੇ ਪਰ ਮੈਂ ਚਾਹੁੰਦਾ ਕਿ ਪ੍ਰੋਪਰ ਜਾਣਕਾਰੀ ਦਿੱਤੀ ਜਾਵੇ ਕਿ ਜਦੋਂ ਉੱਥੇ ਪਹੁੰਚ ਗਈ ਸੰਗਤ, ਜਦੋਂ ਇਹ ਵਹੀਰ ਉੱਥੇ ਪਹੁੰਚ ਜਾਂਦੀ ਆ ਤਾਂ ਉੱਥੇ ਕਿਸ ਤਰ੍ਹਾਂ ਦੇ ਸਮਾਗਮ ਹੋਣਗੇ, ਕੱਲ ਚੱਲਣ ਵੇਲੇ ਤੱਕ ਕੀ ਸਮਾਗਮ ਹੋਣਗੇ ਉੱਥੇ। ਬਿਲਕੁਲ, ਇੱਥੇ ਇੱਕ ਹੋਰ ਬਹੁਤ ਜ਼ਰੂਰੀ ਗੱਲ ਜਿਹੜੀ ਦਰਸ਼ਕਾਂ ਤੱਕ ਵੀ ਪਹੁੰਚਾਉਣੀ ਜ਼ਰੂਰੀ ਹੈ। ਜਦੋਂ ਇਸ ਵਹੀਰ ਬਾਰੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤਾਂ ਇੱਕ ਬੜਾ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਦਾ ਨਾਮ ਖਾਲਸਾ ਵਹੀਰ ਜ਼ਰੂਰ ਹੈ ਪਰ ਇਸ ਦੇ ਵਿੱਚ ਸਿਰਫ ਸਿੱਖ ਨਹੀਂ ਬਲਕਿ ਬਾਕੀ ਹੋਰ ਸਮਾਜ ਦੇ ਹੋਰ ਵਰਗਾਂ ਦੇ ਲੋਕ ਵੀ ਇਸ ਵਹੀਰ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਤਾਂ ਇਹ ਇੱਕ ਅਸੀਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਹਰ ਧਰਮ ਕਿਤੇ ਨਾ ਕਿਤੇ ਆਸਥਾ ਰੱਖਦਾ ਹੈ, ਚਾਹੇ ਗੋਰੇ ਅਸੀਂ ਦੇਖ ਲਈਏ ਉਹ ਪਾਠ ਕਰਦੇ ਨੇ ਤਾਂ ਉਸੇ ਤਰ੍ਹਾਂ ਸਾਰੇ ਧਰਮਾਂ ਦੇ ਲਈ ਜਿਸ ਤਰ੍ਹਾਂ ਦਰਬਾਰ ਸਾਹਿਬ ਸਾਰੇ ਧਰਮਾਂ ਦੇ ਲਈ ਰਸਤੇ ਖੁੱਲੇ ਨੇ ਤਾਂ ਉਸੇ ਤਰ੍ਹਾਂ ਇਸ ਦੀ ਜਿਹੜਾ ਵੀ ਉਸ ਵਿਚਾਰਧਾਰਾ ਦੇ ਨਾਲ ਜਦੋਂ ਅਸੀਂ ਨਾਨਕ ਨਾਮ ਲੇਵਾ ਸੰਗਤ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਸਿੱਖ ਨਹੀਂ ਹੈ ਬਲਕਿ ਉਸ ਦੇ ਵਿੱਚ ਉਹ ਸਾਰੇ ਲੋਕ ਅਸੀਂ ਗਿਣ ਸਕਦੇ ਜਿਹੜੇ ਉਸ ਵਿਚਾਰਧਾਰਾ ਨੂੰ ਜਿਹੜੇ ਗੁਰੂ
ਸਾਹਿਬ ਦੇ ਉਪਦੇਸ਼ ਨੂੰ ਮੰਨਦੇ ਨੇ। ਤਾਂ ਇਸ ਵਹੀਰ ਦੇ ਵਿੱਚ ਵੀ ਇਸੇ ਕਰਕੇ ਸਾਰੇ ਧਰਮਾਂ ਨੂੰ ਸ਼ਾਮਲ ਹੋਣ ਦਾ ਸੱਦਾ, ਖੁੱਲਾ ਸੱਦਾ ਦਿੱਤਾ ਗਿਆ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਕਿ ਇਸ ਵਹੀਰ ਦਾ ਜਿਹੜਾ ਮੰਨ ਲਓ ਪਹਿਲਾ ਪੜਾਅ ਜੰਡਿਆਲਾ ਗੁਰੂ ਹੈ, ਜਦੋਂ ਇਹ ਵਹੀਰ ਜਾਂ ਕਾਫਲਾ ਉੱਥੇ ਪਹੁੰਚਦਾ ਹੈ ਉਸ ਤੋਂ ਬਾਅਦ ਇੱਕ ਤਾਂ ਸ਼ਾਮ ਨੂੰ ਗੁਰਮਤਿ ਸਮਾਗਮ ਜਿਹੜੇ ਨੇ ਉਹ ਕੀਤੇ ਜਾਣੇ ਨੇ, ਔਰ ਇਸ ਦੇ ਨਾਲ ਹੀ ਅੰਮ੍ਰਿਤ ਸੰਚਾਰ ਵੀ ਵੱਡੇ ਪੱਧਰ ਤੇ ਕਰਵਾਇਆ ਜਾਣਾ, ਕਿਉਂਕਿ ਹਰ ਪੜਾਅ ਤੇ ਰਾਤ ਨੂੰ ਦੀਵਾਨ ਹੋਇਆ ਕਰਨਗੇ, ਅਗਲੇ ਦਿਨ ਅੰਮ੍ਰਿਤ ਸੰਚਾਰ ਕਰਾਇਆ ਜਾਇਆ ਕਰੇਗਾ। ਅਜੇ ਤਸਵੀਰਾਂ ਦਿਖਾਓ, ਪਹੁੰਚ ਗਏ ਨੇ ਅਕਾਲ ਤਖਤ ਸਾਹਿਬ ਵੱਲ ਨੂੰ ਅੰਮ੍ਰਿਤਪਾਲ ਸਿੰਘ ਔਰ ਬਾਕੀ ਸੰਗਤ ਹੈ ਜਿਹੜੀ ਉਹ ਵੱਧ ਰਹੀ ਹੈ, ਕਿਉਂਕਿ ਅਰਦਾਸ ਹੋਣੀ ਹੈ ਅਕਾਲ ਤਖਤ ਸਾਹਿਬ ਤੇ। ਅਰਦਾਸ ਉਪਰੰਤ ਜਿਹੜਾ ਹੈਗਾ ਇੱਥੋਂ ਚਾਲੇ ਪਾਉਣੇ ਨੇ, ਇੱਥੋਂ ਖਾਲਸਾਈ ਵਹੀਰ ਹੈ ਜਿਹੜੀ ਉਹ ਸ਼ੁਰੂ ਹੋਵੇਗੀ। ਯਾਨੀ ਜਿਸ ਤਰ੍ਹਾਂ ਪਹਿਲਾਂ ਸਾਡੇ ਸਹਿਯੋਗੀ ਰਾਜੀਵ ਬੜਾ ਕਲੀਅਰ ਦੱਸ ਰਹੇ ਸੀ ਕਿ ਆਮ ਲੋਕਾਂ ਦੇ ਲਈ ਸ਼ਾਇਦ ਵਹੀਰ ਸ਼ਬਦ ਨਵਾਂ ਹੋਵੇ, ਪਰ ਖਾਲਸਾ ਪੰਥ ਦੇ ਵਿੱਚ ਕਾਫਲੇ ਦੇ ਰੂਪ ਸੋ ਨਪਿੰਦਰ ਬਰਾੜ ਮੇਰੇ ਸਹਿਯੋਗੀ ਔਰ ਉਹਨਾਂ ਦੇ ਨਾਲ ਰਾਜੀਵ ਸ਼ਰਮਾ ਲਗਾਤਾਰ ਤਸਵੀਰਾਂ ਵੀ ਦਿਖਾ ਰਹੇ ਨੇ ਅਸੀਂ, ਤੇ ਤਸਵੀਰਾਂ ਸਾਡੇ ਤੱਕ ਆ ਰਹੀਆਂ ਨੇ। ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ, ਜਿਹੜੀ ਤਸਵੀਰਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਵੇਲੇ ਅਰਦਾਸ ਹੋਵੇਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਖਾਲਸਾ ਵੀਰ ਜਿਹੜੀ ਹੈਗੀ ਉਹ ਸ਼ੁਰੂਆਤ ਕਰੇਗੀ। ਪਹਿਲਾ ਪੜਾਅ ਜਿਹੜਾ ਹੈਗਾ ਉਹ ਜੰਡਿਆਲਾ ਗੁਰੂ ਹੋਵੇਗਾ। ਹਾਲਾਂਕਿ ਜੰਡਿਆਲਾ ਗੁਰੂ ਦੇ ਵਿੱਚ ਜਿਸ ਤਰੀਕੇ ਰਾਜੀਵ ਦੱਸ ਰਹੇ ਸੀਗੇ, ਜਦੋਂ ਇਹ ਵੀਰ ਪਹੁੰਚਦੀ ਹੈ ਉੱਥੇ ਤਾਂ ਵਹੀਰ ਦੀ ਪਹੁੰਚਣ ਤੋਂ ਬਾਅਦ ਉੱਥੇ ਸਮਾਗਮ ਹੋਣਗੇ ਔਰ ਅੰਮ੍ਰਿਤ ਸੰਚਾਰ ਕਰਾਇਆ ਜਾਵੇਗਾ। ਨਪਿੰਦਰ ਦੇ ਕੋਲ ਵਾਪਸ ਚਲਦੇ ਹਾਂ। ਨਪਿੰਦਰ, ਓਵਰ ਟੂ ਯੂ। ਰਵਾਨਾ ਹੋਣਗੇ, ਖਾਲਸਾਈ ਵਹੀਰ ਹੈ ਜਿਹੜੀ ਉਹ ਇੱਥੋਂ ਸ਼ੁਰੂ ਹੋਵੇਗੀ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਦਰਸ਼ਨੀ ਡਿਊਟੀ ਤੋਂ ਦਰਬਾਰ ਸਾਹਿਬ ਵੱਲ, ਸ੍ਰੀ ਅਕਾਲ ਤਖਤ ਸਾਹਿਬ ਵੱਲ ਚਾਲੇ ਪਾ ਰਹੀ ਹੈ ਸੰਗਤ ਅੰਮ੍ਰਿਤਪਾਲ ਹੋਰਾਂ ਦੀ ਅਗਵਾਈ ਦੇ ਵਿੱਚ ਕਹਿ ਸਕਦੇ ਹਾਂ। ਔਰ ਨਤਮਸਤਕ ਹੋਣ ਉਪਰੰਤ ਅਰਦਾਸ ਉਪਰੰਤ ਇੱਥੋਂ ਰਵਾਨਗੀ ਹੋਵੇਗੀ। ਸੋ ਨਪਿੰਦਰ ਦੇ ਕੋਲ ਵਾਪਸ ਚਲਾਂਗੇ ਔਰ ਤਸਵੀਰਾਂ ਜਿਹੜੀਆਂ ਨੇ, ਕਿਉਂਕਿ ਇਸ ਵੇਲੇ ਸੰਗਤ ਜਿਹੜੀ ਹੈਗੀ ਆ ਵੱਡੀ ਗਿਣਤੀ ਸੰਗਤ ਹੈਗੀ ਹੈ ਖਾਲਸਾ ਪੰਥ ਦੇ ਨਾਲ ਜੁੜੇ ਜਿਹੜਾ ਲੋਕ ਨੇ ਉਹ ਬਹੁਤ ਵੱਡੀ ਗਿਣਤੀ ਪਹੁੰਚ ਵੀ ਰਹੇ ਨੇ ਉੱਥੇ, ਔਰ ਇਸ ਕਰਕੇ ਨੈਟਵਰਕ ਦਾ ਵੀ ਇਸ਼ੂ ਕਿਤੇ ਨਾ ਕਿਤੇ ਆ ਰਿਹਾ, ਇਸ ਕਰਕੇ ਆਵਾਜ਼ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਵਿੱਚ ਡਿਸਟਰਬ ਵੀ ਹੋ ਰਹੀ ਹੈ। ਵਾਪਸ ਨਪਿੰਦਰ ਦੇ ਕੋਲ ਵੀ ਚਲਾਂਗੇ, ਪਰ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਨਾਲ ਨਾਲ ਇਹ ਦਰਸ਼ਨੀ ਜੋੜੀ ਤੋਂ ਦੋ ਕੈਮਰਿਆਂ ਦੇ ਰਾਹੀਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਕੈਮਰਾ 1 ਤੇ ਕੈਮਰਾ 2। ਕੈਮਰਾ 1 ਦੇ ਰਾਹੀਂ ਤੁਹਾਨੂੰ ਨਜ਼ਰ ਆ ਰਹੇ ਨੇ ਅੰਮ੍ਰਿਤਪਾਲ ਪਹੁੰਚੇ ਨੇ ਉੱਥੇ, ਔਰ ਕੈਮਰਾ 2 ਦੇ ਰਾਹੀਂ ਜਿਹੜਾ ਹੈਗਾ ਸੰਗਤ ਜਿਹੜੀ ਪਹੁੰਚੀ ਹੋਈ ਹੈ। ਨਪਿੰਦਰ, ਓਵਰ ਟੂ ਯੂ ਵਨਸ ਅਗੇਨ। ਸ਼ੁਕਰੀਆ ਗਗਨ, ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਅੰਮ੍ਰਿਤਪਾਲ ਸਿੰਘ ਹੋਣੀ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਪਹੁੰਚੀ ਹੈ। ਖਾਲਸਾ ਵਹੀਰ ਦੀ ਸ਼ੁਰੂਆਤ ਹੋਣੀ ਹੈ ਔਰ ਇੱਥੋਂ ਅਰਦਾਸ ਉਪਰੰਤ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਸ਼੍ਰੀ ਦਰਬਾਰ ਸਾਹਿਬ ਵਿਖੇ ਪਹਿਲਾਂ ਪਹੁੰਚੇ ਨੇ ਤੇ ਨਤਮਸਤਕ ਹੋਣਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਉਪਰੰਤ ਇਹ ਜਥਾ ਕਹਿ ਲਈਏ ਇੱਥੋਂ ਰਵਾਨਾ ਹੋਵੇਗਾ ਔਰ ਸ਼ਾਮ ਤੱਕ ਜੰਡਿਆਲਾ ਗੁਰੂ ਵਿਖੇ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ ਗਿਆ, ਦੱਸਿਆ ਜਾ ਰਿਹਾ ਔਰ ਜਾ ਕੇ ਸ਼ਾਮ ਨੂੰ ਦੀਵਾਨ ਜਿਹੜੇ ਉਹ ਸਜਣਗੇ, ਦੀਵਾਨ ਸਜਾਏ ਜਾਣਗੇ, ਸੰਗਤ ਦਾ ਉੱਥੇ ਇਕੱਠ ਹੋਵੇਗਾ, ਆਸ-ਪਾਸ ਦੀ ਜਿਹੜੀ ਸੰਗਤ ਹੈ ਉਹ ਉੱਥੇ ਪਹੁੰਚੇਗੀ ਔਰ ਉਹ ਦੀਵਾਨ ਹੈ ਜਿਹੜਾ ਉਹ ਸਜਾਇਆ ਜਾਏਗਾ। ਸਵੇਰ ਵੇਲੇ ਅੰਮ੍ਰਿਤ ਸੰਚਾਰ ਜਿਹੜਾ ਸਵੇਰ ਵੇਲੇ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ ਜੋ ਦੱਸਿਆ ਜਾ ਰਿਹਾ ਔਰ ਅੰਮ੍ਰਿਤ ਸੰਚਾਰ ਕਰਵਾਉਣ ਉਪਰੰਤ ਉਸ ਤੋਂ ਅਗਲੇ ਪੜਾਅ ਦੇ ਲਈ ਜਿਹੜਾ ਹੈਗਾ ਵਹੀਰ ਰਵਾਨਾ ਹੋਵੇਗੀ, ਖਾਲਸਾ ਵਹੀਰ ਰਵਾਨਾ ਹੋਵੇਗੀ ਔਰ ਇਸੇ ਤਰ੍ਹਾਂ ਪਨਾਦਰ ਪੜਾਅ ਜਿਹੜਾ ਦਮਦਮੀ ਟਕਸਾਲ ਵੱਲ ਵੀ ਜਿਹੜਾ ਦਮਦਮੀ ਟਕਸਾਲ ਤੇ ਜਾਣਾ ਤਾਂ ਇਹ ਖਾਲਸਾ ਵਹੀਰ ਇਸੇ ਤਰ੍ਹਾਂ ਅੱਗੇ ਵੱਧਦੀ ਜਾਏਗੀ। ਪੜਾਅ ਦਰ ਪੜਾਅ ਇਸੇ ਤਰ੍ਹਾਂ ਪ੍ਰੋਗਰਾਮ ਹੁੰਦੇ ਜਾਣਗੇ ਔਰ ਚਾਹੇ ਨੌਜਵਾਨ ਨੇ ਚਾਹੇ ਹੋਰ ਸੰਗਤ ਹੈ, ਸਾਰੇ ਧਰਮਾਂ ਨਾਲ ਜੁੜੀ ਹੋਈ ਸੰਗਤ ਨੂੰ ਖੁੱਲਾ ਸੱਦਾ ਜਿਹੜਾ ਦਿੱਤਾ ਗਿਆ ਹੈ ਕਿ ਇਕੱਲਾ ਸਿੱਖ ਧਰਮੀ ਨਹੀਂ, ਸਾਰੇ ਧਰਮਾਂ ਦੇ ਲਈ ਜਿਹੜਾ ਹੈਗਾ ਇੱਕ ਸਾਂਝਾ ਸਮਾਗਮ ਦੇ ਤੌਰ ਤੇ, ਕਿਉਂਕਿ ਦਰਬਾਰ ਸਾਹਿਬ ਵੀ ਸਾਰੇ ਧਰਮਾਂ ਦੇ ਲਈ ਚਾਰੇ ਦਰਵਾਜ਼ੇ ਜਿਹੜੇ ਹਰ ਧਰਮ ਦੇ ਲਈ ਖੋਲੇ ਗਏ ਨੇ, ਹਰ ਧਰਮ ਦੇ ਲਈ, ਕਿਉਂਕਿ ਨਾਨਕ ਨਾਮ ਲੈਵਾ ਸੰਗਤ ਹੈ ਜਿਹੜੀ ਇਹਦੇ ਵਿੱਚ ਇਹ ਨਹੀਂ ਕਿ ਇਕੱਲੇ ਸਿੱਖ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਂ ਫਿਰ ਸਿੱਖ ਪੰਥ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਜਿਹੜੇ ਲੋਕ ਭਰੋਸਾ ਰੱਖਦੇ ਨੇ, ਵਿਸ਼ਵਾਸ ਰੱਖਦੇ ਨੇ
ਨਾਨਕ ਨਾਮ ਲੈਵਾ ਸੰਗਤ ਹੈ ਜਿਹੜੀ, ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ। ਔਰ ਸਾਫ਼ ਤੌਰ ਤੇ ਦੀਵਾਨ ਜਦੋਂ ਸਜਾਏ ਜਾਣਗੇ ਤਾਂ ਉਹ ਉਸ ਉਪਰੰਤ ਸਵੇਰ ਵੇਲੇ ਜਿਹੜਾ ਅੰਮ੍ਰਿਤ ਸੰਚਾਰ ਹੋਏਗਾ, ਤਾਂ ਅੰਮ੍ਰਿਤ ਸੰਚਾਰ ਤੋਂ ਉਪਰੰਤ ਇਹੀ ਜਿਹੜਾ ਹੈਗਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਇਹ ਜਿਹੜਾ ਕਾਫਲਾ ਵੱਡਾ ਹੁੰਦਾ ਜਾਏਗਾ। ਜਿਸ ਤਰ੍ਹਾਂ ਕੱਲ ਸੰਗਤ ਹੈ ਜਿਹੜਾ ਗੁਰੂ ਤੋਂ ਨਾਲ ਜੁੜੇਗੀ, ਉਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਵੱਧਦੇ ਜਾਣਗੇ ਸੰਗਤ ਨਾਲ ਜੁੜਦੀ ਜਾਏਗੀ, ਔਰ ਮਹੀਨੇ ਦੇ ਕਰੀਬ ਕਿਹਾ ਜਾ ਸਕਦਾ ਹੈ ਕਿ ਸਮਾਂ ਲੱਗੇਗਾ। ਔਰ ਉਸ ਤੋਂ ਬਾਅਦ ਖਾਲਸਾ ਦੀ ਜਨਮ ਭੂਮੀ, ਖਾਲਸੇ ਦੇ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਖਾਲਸਾਈ ਵਹੀਰ ਦੀ। ਤਾਂ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਇਸ ਖਾਲਸਾਈ ਵਹੀਰ ਦਾ ਇੱਕੋ ਇੱਕ ਮਕਸਦ ਜਿਹੜਾ ਲੋਕਾਂ ਨੂੰ ਜਾਂ ਨੌਜਵਾਨ ਜਿਹੜੇ ਕਿਤੇ ਨਾ ਕਿਤੇ ਭਟਕ ਰਹੇ ਨੇ, ਨਸ਼ਿਆਂ ਦੇ ਵਿੱਚ ਪੈ ਰਹੇ ਨੇ, ਉਹਨਾਂ ਨੂੰ ਨਸ਼ਿਆਂ ਤੋਂ ਤੋੜ ਕੇ ਫਿਰ ਤੋਂ ਗੁਰੂ ਵਾਲੇ ਬਣਾਉਣਾ, ਧਰਮ ਨਾਲ ਜੋੜਨਾ, ਪੰਥ ਨਾਲ ਜੋੜਨਾ, ਸਿੱਖੀ ਦੇ ਨਾਲ ਜੋੜਨਾ, ਇਹ ਮਕਸਦ ਹੈ ਜਿਹੜਾ ਉਹ ਦੱਸਿਆ ਜਾ ਰਿਹਾ। ਔਰ ਕਿਤੇ ਨਾ ਕਿਤੇ ਕਿਉਂਕਿ ਸੰਗਤ ਹੈ ਜਿਹੜੀ ਉਹ ਅਸੀਂ ਦੇਖ ਰਹੇ ਹਾਂ, ਉਹ ਸੰਗਤ ਲਗਾਤਾਰ ਕਾਫਲਾ ਜਿਹੜਾ ਹੈਗਾ, ਕਿਉਂਕਿ ਅੱਜ ਵੀ ਇੱਥੇ ਵੱਡੀ ਗਿਣਤੀ ਉਹ ਸੰਗਤ ਪਹੁੰਚੀ ਹੈ। ਤਾਂ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਕਿ ਜੇ ਪੜਾਅ ਦਰ ਪੜਾਅ ਜਦੋਂ ਸੰਗਤ ਅੱਗੇ ਨਾਲ ਨਾਲ ਜੁੜਦੀ ਜਾਏਗੀ ਤਾਂ ਖਾਲਸੇ ਵਹੀਰ ਦਾ ਜਿਹੜਾ ਜੇ ਕਾਫਲਾ ਹੋਏਗਾ ਇਹ ਹੋਰ ਵੱਡਾ ਹੁੰਦਾ ਜਾਏਗਾ। ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ, ਉੱਥੇ ਜਾ ਕੇ ਸੰਪੂਰਨਤਾ ਹੋਵੇਗੀ। ਤਾਂ ਸਾਫ਼ ਤੌਰ ਤੇ ਜਿਹੜਾ ਮੁੱਖ ਮਕਸਦ ਕਿ ਜਿਹੜੇ ਨੌਜਵਾਨ ਨੇ ਉਹ ਜੇ ਨਸ਼ਿਆਂ ਵੱਲ ਜਾ ਰਹੇ ਨੇ ਤਾਂ ਨਸ਼ਿਆਂ ਤੋਂ ਤੋੜਨਾ, ਨਸ਼ਿਆਂ ਤੋਂ ਵੱਖ ਕਰਕੇ ਉਹਨੂੰ ਧਰਮ ਨਾਲ ਜੋੜਨਾ, ਬੇਸਿਕਲੀ ਧਰਮ ਨਾਲ ਜੋੜਨ ਦੇ ਤੌਰ ਤੇ, ਧਰਮ ਨਾਲ ਜੋੜਨ ਦਾ ਪ੍ਰਚਾਰ ਕਰਨ ਦੇ ਲਈ ਇਹ ਖਾਲਸਾਈ ਵਹੀਰ ਹੈ ਜਿਹੜੀ ਉਸ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਜੀ। ਬਿਲਕੁਲ ਬਿਲਕੁਲ ਨਪਿੰਦਰ, ਜਿਸ ਤਰੀਕੇ ਅੱਜ ਤੋਂ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਇਕੱਠ ਜਿਹੜਾ ਹੈਗਾ ਅਸੀਂ ਦੇਖ ਰਹੇ ਹਾਂ, ਜਿਸ ਤਰੀਕੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਔਰ ਤਸਵੀਰਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਜਿਹੜੀ ਤਸਵੀਰਾਂ ਤੁਸੀਂ ਭੇਜ ਰਹੇ ਹੋ ਕੈਮਰਾ 1 ਤੇ ਕੈਮਰਾ 2 ਦੇ ਰਾਹੀਂ ਜਿਹੜਾ ਹੈਗਾ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਨਪਿੰਦਰ, ਇੱਕ ਗੱਲ ਜਿਹੜੀ ਰਾਜੀਵ ਦੱਸ ਰਹੇ ਸੀਗੇ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਕਰਕੇ ਦੋ ਚੀਜ਼ਾਂ ਤੇ ਐਮਫੈਸਿਸ ਸੀਗਾ, ਜ਼ੋਰ ਸੀਗਾ ਕਿ ਇੱਕ ਤਾਂ ਖਾਲਸਾ ਵਹੀਰ ਨਾਂ ਰੱਖਿਆ ਗਿਆ ਔਰ ਇਸ ਦਾ ਮਤਲਬ ਸਿਰਫ ਇਹ ਨਹੀਂ ਕਿ ਇਹ ਸਿਰਫ ਸਿੱਖ ਪੰਥ ਦੇ ਲਈ, ਖਾਲਸਾ ਪੰਥ ਦੇ ਲਈ ਹੈ, ਕੋਈ ਵੀ ਜਿਹੜਾ ਹੈਗਾ ਇਸ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ, ਕਿਸੇ ਵੀ ਧਰਮ ਨੂੰ ਮੰਨਣ ਵਾਲਾ, ਕਿਸੇ ਮਜ਼ਹਬ ਨੂੰ ਮੰਨਣ ਵਾਲਾ ਉਹ ਇਸ ਦਾ ਹਿੱਸਾ ਬਣ ਸਕਦਾ ਹੈ। ਇਹ ਜਿਹੜਾ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ, ਜਿਹੜਾ ਇੱਕ ਇਮੇਜ ਬਣੀ ਹੈ ਕਿ ਉਸ ਨੂੰ ਬਦਲਣ ਦੀ ਇਹ ਕੋਸ਼ਿਸ਼ ਹੈ ਔਰ ਇਸ ਸੁਨੇਹੇ ਦੇ ਨਾਲ ਕਿ ਸਾਰੇ ਆ ਸਕਦੇ ਨੇ, ਦਾਇਰਾ ਜਿਹੜਾ ਹੈਗਾ ਵੱਡਾ ਕੀਤਾ ਜਾ ਰਿਹਾ ਹੈ ਔਰ ਸੋਸ਼ਲੀ ਕਿਤੇ ਨਾ ਕਿਤੇ ਇੱਕ ਪ੍ਰੋਜੈਕਸ਼ਨ ਦੀ ਵੀ ਕੋਸ਼ਿਸ਼ ਹੈਗੀ ਹੈ। ਨਪਿੰਦਰ ਗਗਨ, ਦੇਖੋ ਅਸਲ ਦੇ ਵਿੱਚ ਕੀ ਹੈ ਕਿ ਅਸੀਂ ਜੇ ਮੁੱਖ ਤੌਰ ਤੇ ਦੇਖੀਏ, ਅੰਮ੍ਰਿਤਪਾਲ ਜੀ ਵੀ ਦਾਅਵਾ ਕਰਦੇ ਨੇ ਜਾਂ ਜਿਹੜੇ ਉਹਨਾਂ ਦੇ ਸਮਰਥਕ ਜਾਂ ਸਾਥੀ ਲੋਕ ਵੀ ਇਹ ਦਾਅਵਾ ਕਰਦੇ ਨੇ ਕਿ ਅੰਮ੍ਰਿਤਪਾਲ ਹੋਣੀ ਲਗਾਤਾਰ ਜਿਹੜਾ ਮੁੱਖ ਤੌਰ ਤੇ ਉਹਨਾਂ ਨੇ ਏਜੰਡਾ ਆਪਦਾ ਦੱਸਿਆ ਉਹ ਇਹੀ ਕਿ ਜ਼ਿਆਦਾਤਰ ਸੰਗਤ ਨੂੰ ਨਾਲ ਜੋੜਨਾ, ਜ਼ਿਆਦਾਤਰ ਸੰਗਤ ਨੂੰ ਧਰਮ ਨਾਲ ਜੋੜਨਾ, ਅੰਮ੍ਰਿਤ ਛਕਾਉਣਾ, ਅੰਮ੍ਰਿਤ ਸੰਚਾਰ ਕਰਾਉਣਾ ਮੁੱਖ ਤੌਰ ਤੇ ਮਕਸਦ ਜਿਹੜਾ ਹੈਗਾ ਦਿੱਤਾ ਜਾਂਦਾ ਹਮੇਸ਼ਾ ਤੋਂ ਹੀ। ਔਰ ਜਿਹੜੇ ਨੌਜਵਾਨ ਜਿਹੜੇ ਨਸ਼ਿਆਂ ਵਾਲੇ ਪਾਸੇ ਜਾ ਰਹੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਤੋੜਨਾ। ਹਾਲਾਂਕਿ ਦੇਖੋ ਕੁਝ ਬਿਆਨਾਂ ਨੂੰ ਕੱਟੜਵਾਦ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਜਾਂ ਕਈ ਤਰ੍ਹਾਂ ਦੀਆਂ ਕੰਟਰੋਵਰਸੀਜ਼ ਵੀ ਹੋਈਆਂ, ਪਰ ਇਹ ਪੂਰੇ ਮਾਹੌਲ ਦੇ ਵਿੱਚ ਅੰਮ੍ਰਿਤਪਾਲ ਹੋਰਾਂ ਨਾਲ ਜਦੋਂ ਵੀ ਕੋਈ ਗੱਲਬਾਤ ਹੋਈ ਹੈ ਜਾਂ ਜਦੋਂ ਵੀ ਉਹ ਬੋਲਦੇ ਨੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਤੋੜ ਕੇ ਧਰਮ ਨਾਲ ਜੋੜਨਾ, ਇਹੀ ਮੁੱਖ ਮਕਸਦ ਹੈ। ਔਰ ਜਿਹੜਾ ਖਾਲਸਾਈ ਵਹੀਰ, ਕਿਉਂਕਿ ਦੇਖੋ ਰਵਾਇਤੀ ਜਿਹੜਾ ਹੈਗਾ ਖਾਲਸਾਈ ਰਵਾਇਤਾਂ ਮੁਤਾਬਕ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਹੋਇਆ ਕਰਦੇ ਸੀ। ਗਿਆਨੀ ਕਰਤਾਰ ਸਿੰਘ ਹੋਰਾਂ ਦੇ ਸਮੇਂ ਉਹਨਾਂ ਨੇ ਐਸੇ ਕਈ ਵਾਰ ਸਮਾਗਮ ਕਰਵਾਏ ਤਾਂ ਕਿ ਜਿਹੜਾ ਸੰਗਤ ਹੈ ਜਾਂ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕਿਵੇਂ ਵਾਪਸ ਧਰਮ ਦੇ ਨਾਲ ਜੋੜਿਆ ਜਾਵੇ, ਕਿਉਂਕਿ ਹਰ ਧਰਮ ਦੇ ਵਿੱਚ ਹੁੰਦਾ ਹੈ। ਦੇਖੋ ਸਿੱਖੀ ਧਰਮ ਜਿਹੜਾ ਹੈਗਾ ਇੱਕ ਲੇਟੈਸਟ ਧਰਮ ਦੇ ਤੌਰ ਤੇ ਦੇਖਿਆ ਜਾਂਦਾ ਹੈ ਔਰ ਜਿਹੜੀ ਕੋਈ ਲੇਟੈਸਟ ਚੀਜ਼ ਹੁੰਦੀ ਹੈ ਤਾਂ ਉਹ ਹਮੇਸ਼ਾ ਸੋਧ ਕੇ ਬਣਾਈ ਜਾਂਦੀ ਹੈ। ਜਿਹੜੀਆਂ ਕਿ ਪੁਰਾਣੇ ਧਰਮਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਖਾਮੀ ਨਜ਼ਰ ਆਉਂਦੀ ਹੈ, ਪਰ ਜਦੋਂ ਕੋਈ ਚਲੋ ਧਰਮਾਂ ਦੀ ਨਹੀਂ ਆਪਾਂ ਨਾਰਮਲੀ ਕੋਈ ਗੱਲ ਕਰ ਰਹੇ ਹਾਂ ਕਿ ਜਦੋਂ ਕੋਈ ਪ੍ਰੋਡਕਟ ਆਉਂਦਾ ਮਾਰਕੀਟ ਦੇ ਵਿੱਚ ਤਾਂ ਜਿਹੜੇ ਉਹਦੇ ਪੈਰਲਲ ਪੁਰਾਣੇ ਪ੍ਰੋਡਕਟ ਹੁੰਦੇ ਨੇ ਉਹਨਾਂ ਨੂੰ ਸੋਧ ਕੇ ਉਹਨਾਂ ਦੇ ਮੁਕਾਬਲੇ ਲੇਟੈਸਟ ਜਿਹੜਾ ਹੈਗਾ ਬਣਾਇਆ ਜਾਂਦਾ। ਤਾਂ ਸਿੱਖੀ ਜਿਹੜਾ ਸਿੱਖ ਧਰਮ ਹੈ ਉਹ ਸਾਰਿਆਂ ਤੋਂ ਕਿਤੇ ਨਾ ਕਿਤੇ ਲੇਟੈਸਟ ਧਰਮ ਦੇ ਤੌਰ ਤੇ ਦੇਖਿਆ ਜਾਂਦਾ। ਤਾਂ ਜੇ ਲੇਟੈਸਟ ਧਰਮ ਬਣਾਇਆ ਗਿਆ, ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ, ਉਹਦੇ ਵਿੱਚ ਜੇ ਪਹਿਲਾਂ ਕਿਸੇ ਦੂਜੇ ਧਰਮਾਂ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਕਮੀਆਂ ਨਜ਼ਰ ਆਉਂਦੀਆਂ ਸੀ ਤਾਂ ਉਹਨਾਂ ਨੂੰ ਸੋਧ ਕੇ ਖਾਲਸੇ ਦਾ ਰੂਪ ਜਿਹੜਾ ਦਿੱਤਾ ਗਿਆ। ਤਾਂ ਜੇ ਖਾਲਸਾ ਰੂਪ ਜਦੋਂ ਦਿੱਤਾ ਗਿਆ, ਜੇ ਉਸ ਖਾਲਸੇ ਦੀ ਅੱਗੇ ਪੀੜ੍ਹੀ ਕਹਿ ਲਓ ਜਾਂ ਉਸੇ ਖਾਲਸਾ ਪੰਥ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਜੇ ਉਹ
ਆਪਣੀ ਰਵਾਇਤ ਤੋਂ ਪਾਸੇ ਹਟਦੀ ਹੈ, ਜੇ ਉਹ ਨਸ਼ੇ ਵਾਲੇ ਪਾਸੇ ਜਾਂਦੀ ਹੈ ਜਾਂ ਉਹ ਕਿਤੇ ਭਟਕਦੀ ਨਜ਼ਰ ਆਉਂਦੀ ਹੈ ਤਾਂ ਉਹਨੂੰ ਵਾਪਸ ਜੋੜਨ ਦੇ ਲਈ ਖਾਲਸਾਈ ਵਹੀਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਉਹਦਾ ਮਕਸਦ ਦੱਸਿਆ ਜਾ ਰਿਹਾ ਹੈ ਕਿ ਵਾਪਸ ਮੁੜ ਉਹਨਾਂ ਨੂੰ ਧਰਮ ਦੇ ਨਾਲ ਜੋੜਨਾ, ਮੁੜ ਉਹਨਾਂ ਨੂੰ ਪੰਥ ਦੇ ਨਾਲ ਜੋੜਨਾ, ਇਸ ਨੂੰ ਮੁੱਖ ਤੌਰ ਤੇ ਮਕਸਦ ਜਿਹੜਾ ਹੈਗਾ ਦੇਖਿਆ ਜਾ ਰਿਹਾ, ਇਹੀ ਦਾਅਵਾ ਕੀਤਾ ਜਾ ਰਿਹਾ। ਹਾਂ, ਕਈ ਵਾਰ ਇਸ ਤਰ੍ਹਾਂ ਦੀ ਸਟੇਟਮੈਂਟ ਕਈ ਵਾਰ ਆਉਂਦੀ ਹੈ ਤਾਂ ਜਿਹਨੂੰ ਲੈ ਕੇ ਕਈ ਵਾਰ ਵਿਵਾਦ ਵੀ ਹੁੰਦੇ ਨੇ, ਪਰ ਜਿਹੜਾ ਇਹ ਪੂਰਨ ਤੌਰ ਤੇ ਧਾਰਮਿਕ ਸਮਾਗਮ ਹੈ, ਮੈਨੂੰ ਲੱਗਦਾ ਹੈ ਕਿ ਇਹਨੂੰ ਪੂਰਨ ਤੌਰ ਤੇ ਧਾਰਮਿਕ ਸਮਾਗਮ ਦੇ ਤੌਰ ਤੇ ਫਿਲਹਾਲ ਦੇਖਿਆ ਜਾ ਰਿਹਾ ਔਰ ਦੇਖਿਆ ਜਾਣਾ ਵੀ ਚਾਹੀਦਾ ਕਿ ਜੇ ਅੰਮ੍ਰਿਤਪਾਲ, ਜੇ ਕੋਈ ਵੀ ਸ਼ਖਸ ਹੋਵੇ, ਅੰਮ੍ਰਿਤਪਾਲ ਸਿੰਘ ਹੋਣ ਜਾਂ ਕੋਈ ਹੋਰ ਹੋਵੇ, ਜਿਹੜਾ ਧਰਮ ਦੇ ਨਾਲ ਜੋੜਦਾ ਹੋਵੇ, ਚਾਹੇ ਉਹ ਸਿੱਖੀ ਧਰਮ ਹੋਵੇ, ਜੇ ਕੋਈ ਸਿੱਖ ਹੈ ਤਾਂ ਸਿੱਖ ਪ੍ਰਚਾਰਕ ਹੈ ਉਹ ਸਿੱਖੀ ਨਾਲ ਜੋੜਦਾ ਤਾਂ ਉਹਦੇ 'ਚ ਕੋਈ ਕਿਸੇ ਨੂੰ ਕਮੀ ਨਜ਼ਰ ਨਹੀਂ ਆਉਂਦੀ। ਜੇ ਕੋਈ ਹਿੰਦੂ ਕੋਈ ਪ੍ਰਚਾਰਕ ਹੈ ਉਹ ਆਪਦੇ ਧਰਮ ਨਾਲ ਜੋੜਦਾ ਤਾਂ ਉਹਨੂੰ ਉਹਦਾ ਰਾਈਟ ਔਰ ਉਹਦੇ ਵਿੱਚ ਕੋਈ ਊਣਤਾਈ ਨਹੀਂ ਦੇਖੀ ਜਾ ਸਕਦੀ। ਇਸ ਕਰਕੇ ਜਿਹੜਾ ਇਹ ਸਮਾਗਮ ਹੈ ਇਹਨੂੰ ਪੂਰਨ ਰੂਪ ਦੇ ਵਿੱਚ ਇਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਕਿ ਭਾਈ ਅੰਮ੍ਰਿਤਪਾਲ ਹੋਣੀ ਜਿਹੜੇ ਨੇ ਉਹ ਇਸ ਵੇਲੇ ਖਾਲਸਾਈ ਵਹੀਰ ਦੇ ਜ਼ਰੀਏ ਜਿਹੜੇ ਭਟਕ ਚੁੱਕੀ ਨੌਜਵਾਨੀ ਹੈ ਤਾਂ ਨਸ਼ਿਆਂ ਵੱਲ ਜਾ ਰਹੀ ਹੈ ਜਾਂ ਕਿਸੇ ਕਾਰਨਾਂ ਕਰਕੇ ਪਿਛਲੇ ਸਮੇਂ ਦੌਰਾਨ ਧਰਮ ਪਰਿਵਰਤਨ ਨੂੰ ਲੈ ਕੇ ਬੜੇ ਵਿਵਾਦ ਹੋਏ, ਧਰਮ ਪਰਿਵਰਤਨ ਦੇ ਬੜੇ ਮਾਮਲੇ ਸਾਹਮਣੇ ਆਏ, ਤਾਂ ਉਹਨਾਂ ਪੂਰੇ ਹਾਲਾਤਾਂ ਦੇ ਵਿੱਚ ਕਿਵੇਂ ਵਾਪਸ ਸਿੱਖੀ ਦੇ ਨਾਲ ਜੋੜਨਾ, ਕਿਵੇਂ ਵਾਪਸ ਉਹਨਾਂ ਨੂੰ ਘਰ ਵਾਪਸੀ ਦੇ ਤੌਰ ਤੇ ਦੇਖਿਆ ਜਾਵੇ ਕਿ ਕਿਵੇਂ ਧਰਮ ਦੇ ਨਾਲ ਵਾਪਸ ਜੋੜਨਾ, ਉਹ ਮਕਸਦ ਦੇ ਤੌਰ ਤੇ ਦੇਖਿਆ ਜਾ ਰਿਹਾ। ਔਰ ਜਿਵੇਂ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ, ਦੇਖੋ ਬੇਸ਼ੱਕ ਇੱਕ ਸ਼ੁਰੂਆਤੀ ਪ੍ਰੋਗਰਾਮ ਦੇ ਤੌਰ ਤੇ ਮੰਨ ਕੇ ਚੱਲਦੇ ਆ ਕਿ ਜੇ 1 ਮਹੀਨੇ ਦੇ ਕਰੀਬ ਦਾ ਸਮਾਗਮ ਰੱਖਿਆ ਗਿਆ, ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ, ਤਾਂ ਅਕਾਲ ਤਖਤ ਸਾਹਿਬ ਤੋਂ ਸ਼ੁਰੂਆਤ ਉਪਰੰਤ ਤੁਸੀਂ ਦੇਖੋ ਵੱਖ-ਵੱਖ ਪੜਾਵਾਂ ਦੇ ਵਿੱਚ ਹੁੰਦੇ ਹੋਏ ਸਮਾਪਤੀ ਕਿੱਥੇ ਜਾ ਕੇ ਹੋਣੀ ਹੈ? ਸਮਾਪਤੀ ਹੋਣੀ ਹੈ ਖਾਲਸੇ ਦੀ ਜਨਮ ਭੂਮੀ, ਖਾਲਸੇ ਦੇ ਜਨਮ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ, ਜਿੱਥੇ ਦਸਮ ਪਿਤਾ ਨੇ, ਬਾਜਾਂ ਵਾਲੇ ਨੇ ਖਾਲਸਾ ਪੰਥ ਆਪਣਾ ਸਾਜਿਆ। ਤਾਂ ਜਦੋਂ ਖਾਲਸੇ ਵਹੀਰ ਧਰਮ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਦੇ ਮਕਸਦ ਦੇ ਨਾਲ ਜਦੋਂ ਇੱਥੋਂ ਰਵਾਨਾ ਹੋ ਕੇ ਅਕਾਲ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਸੰਪੂਰਨਤਾ ਹੋਵੇਗੀ, ਇਹ ਮੰਨ ਕੇ ਚੱਲਿਆ ਜਾ ਰਿਹਾ, ਇਹ ਮਨਸ਼ਾ ਦੇ ਤੌਰ ਤੇ ਜਾਂ ਕਿਤੇ ਨਾ ਕਿਤੇ ਇਹ ਆਸ ਕੀਤੀ ਜਾ ਰਹੀ ਹੈ ਕਿ ਜਿਹੜਾ ਕਾਫਲਾ ਇੱਥੋਂ ਜੇ 5% ਸ਼ੁਰੂ ਹੋਵੇਗਾ ਤਾਂ ਉੱਥੇ ਜਾ ਕੇ ਉਹ 100% ਮੁਕੰਮਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਤਾਂ ਕਿ ਧਰਮ ਦੇ ਨਾਲ, ਕਿਉਂਕਿ ਦੇਖੋ ਧਰਮ ਦੇ ਨਾਲ ਜੋੜਨਾ, ਕਿਸੇ ਨੂੰ ਨਸ਼ੇ ਤੋਂ ਦੂਰ ਕਰਨਾ, ਉਹਦੇ ਵਿੱਚ ਕੋਈ ਊਣਤਾਈ ਜਾਂ ਕੋਈ ਕਮੀ ਨਹੀਂ ਦੇਖੀ ਜਾ ਸਕਦੀ। ਹਾਂ, ਜੇ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਜਿਸ ਤਰ੍ਹਾਂ ਪਹਿਲਾਂ ਐਲੀਗੇਸ਼ਨ ਲੱਗੇ, ਜੇ ਕੋਈ ਉੱਦਾਂ ਦੀ ਚੀਜ਼ ਹੁੰਦੀ ਹੈ ਤਾਂ ਉਹਨੂੰ ਅਲੱਗ ਤੌਰ ਤੇ ਦੇਖਿਆ ਜਾਂਦਾ, ਪਰ ਕਿਉਂਕਿ ਇਹ ਪੂਰਨ ਰੂਪ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸ ਉਪਰੰਤ ਇੱਥੋਂ ਜਿਹੜੀ ਖਾਲਸੇ ਵੀਰ ਜਿਹੜੀ ਸ਼ੁਰੂ ਹੋ ਰਹੀ ਹੈ, ਇਹ ਸਮਾਗਮ ਸ਼ੁਰੂ ਹੋ ਰਿਹਾ, ਪੂਰਨ ਤੌਰ ਤੇ ਉਹਨੂੰ ਧਰਮ ਦੇ ਨਾਲ ਜੋੜ ਕੇ ਦੇਖਿਆ ਜਾਏਗਾ, ਧਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਰ ਜਦੋਂ ਇਹ ਕਾਫਲਾ ਵੱਡਾ ਹੁੰਦਾ ਜਾ ਕੇ ਸੰਪੂਰਨ ਹੋਵੇਗਾ, ਉਸ ਤੇ ਸਭ ਦੀ ਨਜ਼ਰ ਹੈ ਕਿ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ, ਕਿਸ ਤਰ੍ਹਾਂ ਦਾ ਦਾਹੋ ਜਲਾਲ ਹੋਵੇਗਾ, ਕਿੰਨੀ ਸੰਗਤ ਉਸ ਵੇਲੇ ਉੱਥੇ ਪਹੁੰਚੇਗੀ, ਕਿਉਂਕਿ ਬੇਸ਼ੱਕ ਅੰਮ੍ਰਿਤਪਾਲ ਦੇ ਜਿੱਥੇ ਸਮਾਗਮ ਹੁੰਦੇ ਨੇ, ਨੋ ਡਾਊਟ ਕੇ ਇਕੱਠ ਹੁੰਦਾ ਹੈ, ਉੱਥੇ ਸੰਗਤ ਪਹੁੰਚਦੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਹਿੰਦੂ ਆਗੂ ਦਾ ਕਤਲ ਹੁੰਦਾ ਹੈ ਤਾਂ ਅੰਮ੍ਰਿਤਪਾਲ ਦੇ ਐਲੀਗੇਸ਼ਨ ਉਹਨਾਂ ਦੇ ਸਮਰਥਕ ਹੋਣ ਦਾ ਲੱਗਦਾ ਹੈ, ਇਹ ਕਿਹਾ ਜਾਂਦਾ ਕਿ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ, ਤਾਂ ਉਸ ਵੇਲੇ ਮੋਗਾ ਦੇ ਪਿੰਡ ਦੇ ਵਿੱਚ ਸੀ, ਸਿੰਘਾਣਾ ਦੇ ਵਿੱਚ, ਤਾਂ ਇੱਕ ਸੋਸ਼ਲ ਮੀਡੀਆ ਤੇ ਮੈਸੇਜ ਦੇਣ ਤੋਂ ਬਾਅਦ ਉੱਥੇ ਵੱਡੀ ਗਿਣਤੀ ਸੰਗਤ ਪਹੁੰਚ ਗਈ ਸੀ। ਇਹਦਾ ਮਤਲਬ ਸਾਫ਼ ਹੈ ਕਿ ਸੰਗਤ ਨਾਲ ਤੁਰਦੀ ਹੈ। ਔਰ ਜੇ ਪੜਾ ਰੱਖੇ ਗਏ ਨੇ, ਦੇਖੋ ਜੰਡਿਆਲਾ ਗੁਰੂ ਦਾ ਪਹਿਲਾ ਪੜਾ, ਉੱਥੇ ਜੰਡਿਆਲਾ ਗੁਰੂ ਦੇ ਆਸ-ਪਾਸ ਦੀ ਜਿਹੜੀ ਸੰਗਤ ਉਹ ਪਹੁੰਚੇਗੀ, ਉਸ ਤੋਂ ਬਾਅਦ ਟਕਸਾਲ ਤੇ ਜਦੋਂ ਪ੍ਰੋਗਰਾਮ ਹੋਵੇਗਾ ਤਾਂ ਉੱਥੇ ਆਸ-ਪਾਸ ਦੀ ਸੰਗਤ ਉੱਥੇ ਪਹੁੰਚੇਗੀ। ਇਸੇ ਤਰ੍ਹਾਂ ਪੜਾਅ ਦਰ ਪੜਾਅ ਜਿਵੇਂ ਅੱਗੇ ਕਾਫਲਾ ਵਧੇਗਾ, ਵਹੀਰ ਵਧੇਗੀ, ਤਾਂ ਉਸੇ ਤਰ੍ਹਾਂ ਵੱਖ-ਵੱਖ ਪੜਾਵਾਂ ਤੇ ਜਿਹੜੇ ਇਲਾਕੇ ਨੂੰ, ਜਿਹੜੇ ਏਰੀਏ ਨੂੰ ਉਹ ਸੂਟ ਕਰੇਗਾ, ਉਹ ਜਗ੍ਹਾ, ਉਹ ਸਥਾਨ, ਤਾਂ ਉੱਥੇ ਉਹ ਸੰਗਤ ਪਹੁੰਚੇਗੀ। ਔਰ ਉਸ ਤੋਂ ਬਾਅਦ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਤਾਂ ਉਦੋਂ ਮੰਨਿਆ ਜਾ ਰਿਹਾ ਹੈ ਕਿ 50 ਭਰ ਦੀ ਸੰਗਤ ਜਿਹੜੀ ਉਹ ਉੱਥੇ ਪਹੁੰਚ ਸਕਦੀ ਹੈ, ਕਿਉਂਕਿ ਉਸ ਵੇਲੇ ਦਾ ਜਾਓ ਜਲਾਲ ਦੇਖਣ ਦੇ ਲਈ ਸੰਗਤ ਦੇ ਵਿੱਚ ਜ਼ਰੂਰ ਉਤਸ਼ਾਹ ਹੋਏਗਾ ਕਿ ਜਾ ਕੇ ਉਸ ਮਾਹੌਲ ਦੇ ਦਰਸ਼ਨ ਕੀਤੇ ਜਾਣ। ਜਦੋਂ ਇੱਕ ਵਾਰ ਫਿਰ ਤੋਂ ਸੰਗਤ ਨੂੰ ਜਾਂ ਨੌਜਵਾਨਾਂ ਨੂੰ, ਦੇਖੋ ਮਾਪੇ ਕੱਲ ਬਠਿੰਡਾ ਦੀ ਖਬਰ ਅਸੀਂ ਦੇਖ ਰਹੇ ਸੀ, ਲੜਕਾ ਓਵਰਡੋਜ਼ ਦੇ ਕਰਕੇ ਵੈਂਟੀਲੇਟਰ ਤੇ ਪਿਆ ਸੀ, ਕਿੰਨਾ ਹੰਗਾਮਾ ਹੋਇਆ। ਤਾਂ ਜੇ ਇੱਕ ਨਸ਼ੇ ਵਰਗੀ ਬੁਰਾਈ ਦੇ ਚੱਲਦਿਆਂ ਸਾਡੀ ਨੌਜਵਾਨੀ ਖਰਾਬ ਹੋ ਰਹੀ ਹੈ, ਸਾਡੀਆਂ ਨਸਲਾਂ ਖਰਾਬ ਹੋ ਰਹੀਆਂ, ਤੇ ਜੇ ਉਹਨਾਂ ਨੂੰ ਉਸ ਨਸ਼ੇ ਤੋਂ ਤੋੜ ਕੇ ਧਰਮ ਦੇ ਨਾਲ ਇੱਕ ਵਾਰ ਫਿਰ ਜੋੜਿਆ ਜਾਵੇ, ਕਿਤੇ ਨਾ ਕਿਤੇ ਉਹਨਾਂ ਮਾਪਿਆਂ ਦਾ ਭੁਲੇਖਾ ਜਿਹੜਾ ਉਹ ਵੀ ਦੇਖਿਆ ਜਾਂਦਾ। ਔਰ ਦੇਖੋ ਧਰਮ ਕਾਹਦੇ ਲਈ ਹੈ? ਧਰਮ ਇਨਸਾਨੀਅਤ ਲਈ ਹੈ, ਸਭ ਤੋਂ ਵੱਡਾ ਇਨਸਾਨੀਅਤ ਧਰਮ ਹੈ। ਤੇ ਜੇ ਇਨਸਾਨੀਅਤ ਖਤਮ ਹੋ ਰਹੀ ਹੈ, ਉਹਦੇ ਪਿੱਛੇ ਕੁਝ ਵੀ ਕਾਰਨ ਹੋਵੇ, ਨਸ਼ੇ ਕਾਰਨ ਹੋਣ ਜਾਂ ਆਪਸੀ ਵਿਵਾਦ ਕਾਰਨ ਹੋਣ,
ਤਾਂ ਜੇ ਉਹ ਇਨਸਾਨੀਅਤ ਨੂੰ ਬਚਾਉਣ ਦੇ ਲਈ ਇੱਕ ਧਰਮ ਦੇ ਵਿੱਚ ਕੋਈ ਕੋਸ਼ਿਸ਼ ਕੀਤੀ ਜਾਂਦੀ, ਕੋਈ ਉਪਰਾਲਾ ਕੀਤਾ ਜਾਂਦਾ, ਤਾਂ ਇਨਸਾਨੀਅਤ ਧਰਮ ਯਾਨੀ ਸਿੱਖੀ ਧਰਮ ਦਾ ਮਤਲਬ ਇਨਸਾਨੀਅਤ ਧਰਮ ਹੈ। ਤਾਂ ਫਿਰ ਇਸ ਨੂੰ ਪੋਜ਼ਿਟਿਵਲੀ ਦੇਖਿਆ ਜਾਏਗਾ ਕਿ ਉਸ ਇਨਸਾਨੀਅਤ ਦੇ ਨਾਲ, ਉਸ ਧਰਮ ਦੇ ਨਾਲ, ਪੰਥ ਦੇ ਨਾਲ ਉਸ ਵੇਲੇ ਕਿੰਨੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੋਰ ਅੱਗੇ ਜੁੜਦੀ ਆ। ਅੰਕੜੇ ਦੇਖੇ ਜਾਣਗੇ, ਡਾਟੇ ਦੇਖੇ ਜਾਣਗੇ, ਕਿੰਨੀ ਸੰਗਤ ਹੈ ਜਿਹੜੀ ਉਹ ਅੰਮ੍ਰਿਤ ਸੰਚਾਰ ਕਰਦੀ ਹੈ ਔਰ ਉੱਥੇ ਜਾ ਕੇ ਪਹੁੰਚਦੀ ਹੈ। ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਦੇਖੋ ਕੋਈ ਕਰ ਰਹੇ ਹੁਣ ਸੰਗਤ ਭਟਕਦੀ ਆ, ਭਟਕਣ ਤੋਂ ਉਪਰੰਤ ਵਾਪਸ ਜਦੋਂ ਉਹ ਆਉਂਦੇ ਨੇ, ਚਾਹੇ ਉਹਨਾਂ ਨੂੰ ਪ੍ਰੇਰਿਤ ਕਰਕੇ ਲਿਆਂਦਾ ਜਾਵੇ ਜਾਂ ਕਿਸੇ ਵੀ ਤਰੀਕੇ ਉਹ ਵਾਪਸ ਵਰਤਣ, ਤਾਂ ਉਸ ਤੇ ਜ਼ਰੂਰ ਫੋਕਸ ਰਹੇਗਾ ਕਿ ਇਹ ਖਾਲਸਾਈ ਵਹੀਰ ਜਿਹੜੀ ਇਸ ਦਾ ਮਕਸਦ ਹੈ ਜਿਹੜਾ ਕਿਸ ਹੱਦ ਤੱਕ ਪੂਰਾ ਹੁੰਦਾ, ਕਿਸ ਹੱਦ ਤੱਕ ਜਿਹੜੇ ਭਾਈ ਅਮਰਤਪਾਲ ਸਿੰਘ ਹੋਣੀ ਨੇ ਜਿਹੜਾ ਦਾਅਵਾ ਕਰਦੇ ਨੇ ਉਸ ਦਾਅਵੇ ਦੇ ਵਿੱਚ ਦੇਖੋ, ਹਾਲਾਂਕਿ ਕੋਈ ਇਹਨੂੰ ਪੋਲੀਟੀਕਲ ਤੇ ਦੇਖਿਆ ਨਹੀਂ ਜਾ ਸਕਦਾ ਕਿਉਂਕਿ ਉਹ ਧਰਮ ਦੀ ਗੱਲ ਕਰ ਰਹੇ ਨੇ ਇਸ ਵੇਲੇ ਜਿਹੜੀ ਖਾਲਸਾਈ ਵਹੀਰ ਹੈ। ਤਾਂ ਜੇ ਅਮਰਤਪਾਲ ਹੋਣੀ ਧਰਮ ਦੀ ਗੱਲ ਕਰ ਰਹੇ ਨੇ ਤੇ ਇਹਨੂੰ ਕੋਈ ਕੰਪੀਟੀਸ਼ਨ ਦੇ ਤੌਰ ਤੇ ਦੇਖਿਆ ਨਹੀਂ ਜਾਂਦਾ ਕਿ 100 ਜੁੜਦਾ ਕਿ ਲੱਖ ਬੰਦਾ ਜੁੜਦਾ। ਹਾਂ, ਉਹਦੇ ਵਿੱਚ ਮਨਸ਼ਾ ਦੇਖੀ ਜਾਏਗੀ। ਉਹ ਅੱਗੇ ਸੰਗਤ ਤੇ ਹੈ ਕਿ ਸੰਗਤ ਉਸ ਮੈਸੇਜ ਨੂੰ ਕਿੱਦਾਂ ਲੈ ਰਹੀ ਆ, ਸੰਗਤ ਦੇ ਵਿੱਚ ਮੈਸੇਜ ਕਿੱਦਾਂ ਕਨਵੇ ਹੋ ਰਿਹਾ ਔਰ ਕਿਸ ਪੱਧਰ ਤੇ ਸੰਗਤ ਉਸ ਮੈਸੇਜ ਤੋਂ ਪ੍ਰਭਾਵਿਤ ਹੋ ਕੇ ਵਾਪਸ ਨਸ਼ੇ ਤਿਆਗ ਕੇ ਵਾਪਸ ਧਰਮ ਦੇ ਵਿੱਚ ਆ ਕੇ ਜੁੜਦੇ ਨੇ। ਤਾਂ ਉਹਦੇ ਨਾਲ ਜਿਹੜਾ ਮਕਸਦ ਹੈ, ਜਿਹੜਾ ਮਕਸਦ ਇਨਸਾਨੀਅਤ ਦਾ ਮਕਸਦ ਹੈ, ਉਹ ਜ਼ਰੂਰ ਦੇਖਣਾ ਹੋਏਗਾ ਕਿ ਕਿਸ ਹੱਦ ਤੱਕ ਸੰਪੂਰਨ ਹੁੰਦਾ ਜੀ। ਬਿਲਕੁਲ ਬਿਲਕੁਲ, ਕਿਤੇ ਨਾ ਕਿਤੇ ਬਹੁਤ ਕੁਝ ਇਸ ਯਾਤਰਾ ਦੇ, ਇਸ ਵਹੀਰ ਦੇ ਜਿਹੜਾ ਹੈਗਾ ਸਮਾਪਨ ਤੱਕ ਜਿਹੜਾ ਹੈਗਾ ਬਹੁਤ ਕੁਝ ਚੀਜ਼ਾਂ ਹੋਣਗੀਆਂ ਔਰ ਬਹੁਤ ਕੁਝ ਅਜਿਹਾ ਹੈਗਾ ਜਿਸ ਨੂੰ ਨਪਿੰਦਰ ਅਸੀਂ ਇਹ ਵੀ ਕਹੀਏ ਕਿ ਜਿਹੜਾ ਸਮਸਤ ਇਹ ਕਹਿ ਲਿਆ ਜਾਵੇ ਕਿ ਪੰਥ ਦੇ ਸਾਹਮਣੇ ਜਾਂ ਸਿੱਖ ਭਾਈਚਾਰੇ ਦੇ ਸਾਹਮਣੇ ਇੱਕ ਚੈਲੰਜਿੰਗ ਪੋਜੀਸ਼ਨ ਜਿਹੜੀ ਇਸ ਵੇਲੇ ਨਜ਼ਰ ਆ ਰਹੀ ਸੀ। ਨਸ਼ੇ ਦੀ ਮੁਸ਼ਕਿਲ, ਜਿਸ ਨੂੰ ਸਰਕਾਰਾਂ ਵੀ ਕਹਿ ਰਹੀਆਂ ਨੇ ਕਿ ਸਿਰਫ ਹੁਣ ਕਾਨੂੰਨੀ ਸਮੱਸਿਆ ਨਹੀਂ ਹੈਗੀ, ਇਹ ਸਮੱਸਿਆ ਸਮਾਜਿਕ ਸਮੱਸਿਆ ਬਣ ਚੁੱਕੀ ਹੈ। ਜਾਂ ਪੰਥ ਦੇ ਜਿਹੜੇ ਮਸਲੇ ਸੀਗੇ ਉਹਨਾਂ ਦਾ ਹੱਲ ਕਿਵੇਂ ਹੋਵੇਗਾ, ਪੰਥ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ ਉਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਸਵਾਲ ਉੱਠਦੇ ਸੀਗੇ, ਸੰਗਤ ਦੇ ਜ਼ਿਹਨ ਦੇ ਵੀ ਸਵਾਲ ਉੱਠਦੇ ਸੀ ਔਰ ਉਹਨਾਂ ਸਵਾਲਾਂ ਦਾ ਜਵਾਬ ਕਿੱਥੋਂ ਮਿਲੇਗਾ, ਇਹ ਆਪਣੇ ਆਪ ਵਿੱਚ ਇੱਕ ਵੱਡਾ ਕਿਤੇ ਨਾ ਕਿਤੇ ਇੱਕ ਇਹ ਕਹਿ ਲਿਆ ਜਾਵੇ ਕਿ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਸੀਗੀ। ਕਿ ਇਹ ਸਮਾਗਮ, ਅੱਜ ਦਾ ਸਮਾਗਮ ਔਰ ਜਿਸ ਤਰੀਕੇ ਇਕੱਠ ਇਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 13 ਪੜਾਵਾਂ ਤੋਂ ਇਹ ਵਹੀਰ ਲੰਘੇਗੀ, 13 ਪੜਾਅ ਤੇ ਰੁਕਦੀ ਹੋਈ ਅਖੀਰ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਮੁਕੰਮਲ ਹੋਵੇਗੀ, ਕਿ ਇਹ ਪੂਰਾ ਸਮਾਗਮ ਉਸ ਹਾਲਾਤ ਨੂੰ ਬਦਲਣ ਦੀ ਔਰ ਉਸ ਨੂੰ ਇਹ ਕਹਿ ਲਿਆ ਜਾਵੇ ਕਿ ਮੋਰਲ ਇੱਕ ਬੂਸਟ ਦੇਣ ਦੇ ਲਈ ਵੀ ਇੱਕ ਵੱਡਾ ਕੰਮ ਕਰੇਗਾ। ਨਪਿੰਦਰ ਬਿਲਕੁਲ ਇਸ ਨੂੰ ਬੜਾ ਪੋਜ਼ਿਟਿਵਲੀ ਦੇਖਿਆ ਜਾਣਾ ਚਾਹੀਦਾ ਔਰ ਬੜਾ ਮੋਟੀ ਜਿਹੜੀ ਮੈਂ ਜਿਸ ਤਰ੍ਹਾਂ ਬਠਿੰਡਾ ਦੀ ਐਗਜ਼ਾਮਪਲ ਦਿੱਤੀ ਕਿ ਬਠਿੰਡਾ ਦੇ ਵਿੱਚ ਇੱਕ ਨੌਜਵਾਨ, ਹਾਲਾਂਕਿ ਐਗਜ਼ਾਮਪਲ ਇੱਕ ਨਹੀਂ, ਇਹ ਐਗਜ਼ਾਮਪਲ ਇਸ ਤਰ੍ਹਾਂ ਦੀਆਂ ਜੇ ਹੁਣ ਕੱਢਣ ਲੱਗ ਜਾਈਏ ਤਾਂ 10 ਐਗਜ਼ਾਮਪਲ ਆਪਾਂ ਹੁਣੇ ਦੇ ਸਕਦੇ ਹਾਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਤਾਂ ਜੇ ਐਸੇ ਹਾਲਾਤਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਗਤ ਹੈ ਜਿਹੜੀ ਉਹ ਨਸ਼ਾ ਛੱਡ ਕੇ ਜੇ ਧਰਮ ਨਾਲ ਜੁੜਦੀ ਹੈ ਤਾਂ ਉਹਦੇ ਵਿੱਚ ਦੇਖੋ ਧਰਮ ਮਜ਼ਬੂਤ ਹੁੰਦਾ ਤਾਂ ਇਨਸਾਨੀਅਤ ਮਜ਼ਬੂਤ ਹੋਏਗੀ। ਕਿਉਂਕਿ ਜਿਹੜਾ ਵਿਅਕਤੀ ਕਿਤੇ ਨਾ ਕਿਤੇ ਧਰਮ ਦੀ ਗੱਲ ਕਰਦਾ ਹੈ, ਇਨਸਾਨੀਅਤ ਦੀ ਗੱਲ ਕਰਦਾ ਹੈ, ਤਾਂ ਉਹ ਦੁਨਿਆਵੀ ਜਿਹੜੇ ਵਿਵਾਦ ਨੇ ਉਹਨਾਂ ਤੋਂ ਬਹੁਤ ਦੂਰ ਹਟ ਜਾਂਦਾ। ਇਹ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ। ਤਾਂ ਜੇ ਨੌਜਵਾਨ ਜ਼ਿਆਦਾ ਤੋਂ ਜ਼ਿਆਦਾ ਇਸ ਪਾਸੇ ਵੱਲ ਮੁੜਦੇ ਨੇ, ਜੇ ਉਹ ਨਸ਼ੇ ਛੱਡ ਕੇ ਜੇ ਅੰਮ੍ਰਿਤਪਾਨ ਕਰਦੇ ਨੇ, ਅੰਮ੍ਰਿਤ ਸੰਚਾਰ ਕਰਦੇ ਨੇ, ਤਾਂ ਸ਼ਾਇਦ ਇਸ ਦੇ ਵਿੱਚ ਉਹ ਚਾਹੇ ਕਿਸੇ ਵੀ ਧਰਮ ਨਾਲ ਕੋਈ ਜੁੜਿਆ ਵਿਅਕਤੀ ਹੋਵੇ, ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਇਤਰਾਜ਼ ਹੋਵੇਗਾ। ਨਸ਼ੇ ਕਰਦਾ ਵਿਅਕਤੀ ਖੁਦ ਦੀ ਬਰਬਾਦੀ ਨਹੀਂ ਕਰਦਾ, ਆਪਣੇ ਪਰਿਵਾਰ ਦੀ, ਆਪਣੇ ਸਮਾਜ ਦੀ, ਆਪਣੇ ਆਲੇ ਦੁਆਲੇ ਦੀ ਬਰਬਾਦੀ ਕਰਦਾ। ਪਰ ਧਰਮ ਨਾਲ ਜੁੜਿਆ ਵਿਅਕਤੀ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਦਾ ਸ਼ਾਇਦ ਬੁਰਾ ਨਹੀਂ ਚਾਹੇਗਾ। ਜੇ ਕੋਈ ਸਿੱਖ ਹੈ, ਜੇ ਕੋਈ ਅੰਮ੍ਰਿਤ ਸੰਚਾਰ ਕੀਤਾ ਹੋਇਆ ਤਾਂ ਉਹ ਸੇਵਾ ਜ਼ਰੂਰ ਕਰ ਸਕਦਾ ਹੈ, ਪਰ ਨਹੀਂ ਲੱਗਦਾ ਕਿ ਉਹਦੇ ਅੰਮ੍ਰਿਤ ਸੰਚਾਰ ਕਰਨ ਦੇ ਨਾਲ ਕਿਸੇ ਨੂੰ ਕੋਈ ਦੁੱਖ ਹੋ ਸਕਦਾ, ਕੋਈ ਤਕਲੀਫ ਹੋ ਸਕਦੀ ਹੈ। ਨਸ਼ੇ ਦੇ ਪੀੜਤ ਵਿਅਕਤੀ ਤੋਂ ਪੂਰਾ ਸਮਾਜ ਆਲਾ ਦੁਆਲਾ ਦੁਖੀ ਹੁੰਦਾ। ਔਰ ਇਹ ਤਸਵੀਰਾਂ ਵੀ ਤੁਹਾਨੂੰ ਨਾਲ ਨਾਲ ਦਿਖਾ ਰਹੇ ਹਾਂ ਕਿਵੇਂ ਵੱਡੀ ਗਿਣਤੀ ਸੰਗਤ ਹੈ ਜਿਹੜੀ ਇੱਥੇ ਬਾਹਰ ਮੌਜੂਦ ਹੈ। ਅਜੇ ਤਸਵੀਰਾਂ ਵੀ ਦਿਖਾਉਂਦੇ ਰਹੋ। ਤਾਂ ਨਸ਼ੇ ਵਾਲਾ ਵਿਅਕਤੀ ਜਿਹੜਾ ਨਸ਼ੇੜੀ ਵਿਅਕਤੀ ਆ ਉਸ ਤੋਂ ਪੂਰਾ ਸਮਾਜ ਜਿਹੜਾ ਦੁਖੀ ਹੁੰਦਾ। ਪਰ ਜਿਹੜੇ ਵਿਅਕਤੀ ਨੇ ਅੰਮ੍ਰਿਤ ਸੰਚਾਰ ਕੀਤਾ, ਅੰਮ੍ਰਿਤ ਪਾਨ ਕੀਤਾ, ਅੰਮ੍ਰਿਤ ਸੰਚਾਰ ਬਾਣੀ ਦਾ ਜਾਪ ਕਰਦਾ, ਗੁਰਸਿੱਖੀ ਵਾਲਾ ਵਿਅਕਤੀ ਹੈ, ਧਰਮ ਨਾਲ ਜੁੜਿਆ ਵਿਅਕਤੀ ਹੈ, ਤਾਂ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਹਮੇਸ਼ਾ ਤੋਂ ਆਸਰੇ ਤੌਰ ਤੇ ਦੇਖਿਆ ਜਾਂਦਾ। ਔਰ ਸਿੱਖ ਧਰਮ ਜਾਂ ਸਿੱਖੀ ਬਾਣਾ ਇੱਕ ਐਸਾ ਬਾਣਾ ਦੇਖਿਆ ਜਾਂਦਾ ਹੈ, ਅਕਸਰ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਦੀ ਐਗਜ਼ਾਮਪਲਾਂ ਹੋਰ ਧਰਮਾਂ ਦੇ ਲੋਕ ਦਿੰਦੇ ਨੇ ਕਿ ਜਿੱਥੇ ਵੀ ਸਾਨੂੰ ਕੋਈ ਮੰਨ ਲਓ ਕਿਸੇ ਹਾਲਾਤਾਂ ਦੇ ਵਿੱਚ ਫਸੇ ਹੋਏ ਆ ਤੇ ਜੇ ਸਾਨੂੰ ਉੱਥੇ ਲੱਗਦਾ ਹੈ ਕਿਉਂਕਿ ਦਸਤਾਰਧਾਰੀ ਤੇ ਜੋ ਪੂਰਨ ਰੂਪ ਦੇ ਵਿੱਚ ਸਿੱਖ ਹੋਵੇ ਤਾਂ ਸਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਾਨੂੰ ਪਰਿਵਾਰ ਆਪਦਾ ਕੋਈ ਵੱਡਾ ਆਸਰਾ ਮਿਲ ਗਿਆ।
ਯਾਨੀ ਇਸ ਰੂਪ ਨੂੰ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਇਸ ਰੂਪ ਨੂੰ ਇੱਕ ਵੱਡੇ ਆਸਰੇ ਦੇ ਰੂਪ ਤੇ ਜਿਹੜਾ ਹੈਗਾ ਬਾਕੀ ਧਰਮਾਂ ਦੇ ਲੋਕ ਦੇਖਦੇ ਨੇ। ਤਾਂ ਜੇ ਉਹ ਰੂਪ ਜਿਹੜਾ ਹੈਗਾ ਵਾਪਸ ਮਿਲਦਾ ਹੈ, ਜੇ ਉਹ ਖਾਲਸਾਈ ਵਹੀਰ ਦੇ ਨਾਲ ਜਾਂ ਇਸ ਤਰ੍ਹਾਂ ਦੇ ਸਮਾਗਮ ਦੇ ਨਾਲ ਮੁੜ ਤੋਂ ਜਿਹੜੇ ਸਾਡੀ ਜਵਾਨੀ ਹੈ ਜਾਂ ਜਿਹੜੀ ਹੋਰ ਸੰਗਤ ਆ ਜਾਂ ਜਿਹੜੀ ਭਟਕ ਕੇ ਕਿਤੇ ਨਾ ਕਿਤੇ ਧਰਮ ਤੋਂ ਵੱਖ ਹੋ ਰਹੀ ਹੈ ਜਾਂ ਧਰਮ ਪਰਿਵਰਤਨ ਦੇ ਜਿਹੜੇ ਵਿਵਾਦ ਉੱਠਦੇ ਨੇ, ਜੇ ਉਹ ਸਭ ਕੁਝ ਛੱਡ ਕੇ ਨਸ਼ੇ ਛੱਡ ਕੇ ਵਾਪਸ ਧਰਮ ਦੇ ਵਿੱਚ ਵਾਪਸੀ ਹੁੰਦੀ ਆ, ਆਪਦੇ ਗੁਰੂ ਦੇ ਲੜ ਲੱਗਦੇ ਨੇ। ਬਾਜਾਂ ਵਾਲੇ ਦੀ ਕਿਉਂਕਿ ਔਲਾਦ ਆ, ਬਾਜਾਂ ਵਾਲੇ ਦੇ ਬੱਚੇ ਆ, ਬਾਜਾਂ ਵਾਲੇ ਨੇ ਜਿਹੜਾ ਸਾਜਿਆ ਖਾਲਸਾ ਪੰਥ, ਜੇ ਵਾਪਸ ਆਪਣੇ ਪਿਤਾ ਦੇ ਘਰ ਪਰਤਦੀ ਆ ਸੰਗਤ, ਤਾਂ ਉਹਦੇ ਵਿੱਚ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ। ਹਾਂ, ਕਿਸੇ ਕਿਸਮ ਦਾ ਜਿਹੜਾ ਹੈਗਾ ਕਈ ਵਾਰ ਵਿਵਾਦ ਜਿਹੜੇ ਖੜੇ ਹੁੰਦੇ ਨੇ, ਉਹਨਾਂ ਵਿਵਾਦਾਂ ਤੋਂ ਜਿਹੜਾ ਜਿੰਨਾ ਬਚਿਆ ਜਾਵੇ ਸ਼ਾਇਦ ਉਹ ਬਹੁਤ ਬਿਹਤਰ ਰਹੇ। ਔਰ ਸ਼ਾਇਦ ਕੋਸ਼ਿਸ਼ ਵੀ ਕਿਤੇ ਨਾ ਕਿਤੇ ਫਿਲਹਾਲ ਇਹੀ ਲੱਗ ਰਹੀ ਹੈ ਕਿ ਵਿਵਾਦਾਂ ਤੋਂ ਜਿਹੜਾ ਹੈਗਾ ਕੰਨੀ ਕੀਤੀ ਜਾਵੇ ਔਰ ਧਰਮ ਦੀ ਗੱਲ ਸਿਰਫ ਜਿਹੜੀ ਉਹ ਕੀਤੀ ਜਾਵੇ। ਔਰ ਕਿਉਂਕਿ ਦੇਖੋ ਮੁੱਖ ਤੌਰ ਤੇ ਇਸ ਫਿਰ ਤੋਂ ਆਪਾਂ ਖਾਲਸਾਈ ਵਹੀਰ ਵੱਲ ਆ ਜਾਂਦੇ ਆ ਕਿ ਇਹ ਜਿਹੜਾ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਸੰਗਤ ਨੇ ਇੱਥੋਂ ਚੱਲਣਾ ਹੈ ਔਰ ਜਿਹੜੇ ਵੱਖ-ਵੱਖ ਸਮਾਗਮ ਰੱਖੇ ਗਏ ਨੇ। ਦੇਖੋ ਪਹਿਲਾ ਪੜਾਅ ਜਿਵੇਂ ਜੰਡਿਆਲਾ ਗੁਰੂ ਰੱਖਿਆ ਗਿਆ ਹੈ, ਇੱਕ ਵਾਰੀ ਫਿਰ ਤੋਂ ਆਪਾਂ ਦੱਸ ਦਈਏ ਜਿਹੜੀ ਸੰਗਤ ਆਪਣੇ ਨਾਲ ਹੁਣ ਜੁੜੀ ਹੈ, ਜਦੋਂ ਇੱਥੋਂ ਰਵਾਨਾ ਹੋਣਗੇ ਅਰਦਾਸ ਉਪਰੰਤ ਜਦੋਂ ਰਵਾਨਾ ਹੋਣਗੇ ਜੰਡਿਆਲਾ ਗੁਰੂ ਸ਼ਾਮ ਦਾ ਪੜਾਅ ਹੋਏਗਾ। ਰਸਤੇ ਦੇ ਵਿੱਚ ਸੰਗਤ ਆ ਜਿਹੜੀ ਰਸਤੇ ਦੇ ਵਿੱਚ ਵੀ ਨਾਲ ਜੁੜਦੀ ਜਾਏਗੀ ਔਰ ਜਦੋਂ ਉੱਥੇ ਪਹੁੰਚ ਜਾਣਗੇ ਜੰਡਿਆਲਾ ਗੁਰੂ ਤਾਂ ਸ਼ਾਮ ਦੇ ਵੇਲੇ ਜਿਹੜਾ ਹੈਗਾ ਕੀਰਤਨ ਦਰਬਾਰ ਆ ਜਿਹੜੇ ਉਹ ਸਜਾਏ ਜਾਣੇ ਨੇ। ਕੀਰਤਨ ਦਰਬਾਰ ਉਪਰੰਤ ਸਵੇਰ ਵੇਲੇ ਜਿਹੜੇ ਨੇ ਸਵੇਰ ਵੇਲੇ ਅੰਮ੍ਰਿਤ ਸੰਚਾਰ ਕਰਾਇਆ ਜਾਣਾ। ਤੁਸੀਂ ਦੇਖੋ ਪਹਿਲਾਂ ਇੱਕ ਮਾਹੌਲ ਸਿਰਜਿਆ ਜਾਣਾ, ਉੱਥੇ ਪਹੁੰਚਣਾ, ਜਦੋਂ ਇੱਕ ਮਾਹੌਲ ਹੋਏਗਾ ਰਾਤ ਨੂੰ ਗੁਰੂ ਦੀ ਉਸਤਤ ਹੋਏਗੀ, ਕੀਰਤਨ ਦਰਬਾਰ ਹੋਣਗੇ, ਉਹ ਮਾਹੌਲ ਹੋਏਗਾ ਰੂਹਾਨੀਅਤ ਵਾਲਾ। ਔਰ ਸਵੇਰ ਵੇਲੇ ਜਿਹੜੀ ਉਹ ਸੰਗਤ ਦੇਖੋ ਇਹ ਨਹੀਂ ਕੋਈ ਜ਼ਬਰਦਸਤੀ ਜਿਹਨੂੰ ਕਈ ਵਾਰ ਹਰ ਕੋਈ ਵਿਅਕਤੀ ਬਹਾਨਾ ਲੋਚਦਾ ਕਿ ਮੈਨੂੰ ਕੋਈ ਮੌਕਾ ਮਿਲੇ, ਵਾਹਿਗੁਰੂ ਮਿਹਰ ਕਰੇ, ਵਾਪਸ ਮੈਂ ਆਪਦੇ ਗੁਰਸਿੱਖੀ ਦੇ ਰੂਪ ਦੇ ਵਿੱਚ ਆਵਾਂ। ਤਾਂ ਜਿਹਦੇ ਤੇ ਗੁਰੂ ਨੇ ਕਿਰਪਾ ਕੀਤੀ ਆਂਦੇ ਹੁੰਦੇ ਆ ਕਿ ਗੁਰੂ ਦੀ ਕਿਰਪਾ ਬਿਨਾਂ ਕੋਈ ਸੰਭਵ ਨਹੀਂ, ਤਾਂ ਜਿਹਦੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਸਵੇਰੇ ਵੇਲੇ ਅੰਮ੍ਰਿਤਪਾਨ ਕਰ ਲੈਣਗੇ ਤਾਂ ਉਹ ਖਾਲਸੇ ਵਹੀਰ ਦਾ ਜਿਹੜਾ ਕਾਫਲਾ ਹੋਰ ਵੱਡਾ ਹੋ ਜਾਏਗਾ। ਇਸੇ ਤਰ੍ਹਾਂ ਪੜਾਅ ਦਰ ਪੜਾਅ ਸੰਗਤ ਨਾਲ ਜੁੜਦੀ ਜਾਏਗੀ, ਸੰਗਤ ਅੰਮ੍ਰਿਤਪਾਨ ਕਰਦੀ ਜਾਏਗੀ। ਇਸੇ ਤਰ੍ਹਾਂ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਸਮਾਪਤੀ ਸਮਾਗਮ ਹੋਏਗਾ, ਖਾਲਸੇ ਦੀ ਜਨਮ ਭੂਮੀ, ਖਾਲਸੇ ਦਾ ਜਨਮ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ, ਜਿੱਥੇ ਦਸਮ ਪਿਤਾ ਬਾਜਾਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਿਰਜਿਆ, ਖਾਲਸਾ ਪੰਥ ਦੀ ਸਾਜਨਾ ਕੀਤੀ, ਜਦੋਂ ਉੱਥੇ ਜਾ ਕੇ ਸਮਾਪਤੀ ਸਮਾਗਮ ਹੋਣਗੇ ਤਾਂ ਉਸ ਤੇ ਨਜ਼ਰ ਰਹੇਗੀ ਕਿ ਉੱਥੇ ਕਿਸ ਤਰ੍ਹਾਂ ਦਾ ਜਾਹੋ ਜਲਾਲ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ। ਔਰ ਅੱਜ ਵੀ ਅਸੀਂ ਦੇਖ ਰਹੇ ਸੀ ਬਾਹਰ ਜਦੋਂ ਜਾਵਾਂਗੇ ਤੁਹਾਨੂੰ ਉਹ ਵੀ ਤਸਵੀਰਾਂ ਸਾਡੇ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਗੱਤਕੇ ਦੇ ਜੌਹਰ ਜਿਸ ਤਰ੍ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਸ ਤਰ੍ਹਾਂ ਰਵਾਇਤੀ ਖਾਲਸੇ ਰਵਾਇਤੀ ਗੱਤਕਾ ਜਿਹੜਾ ਉਹ ਦਿਖਾਇਆ ਜਾਏਗਾ ਤਾਂ ਇੱਕ ਬੜਾ ਮਾਹੌਲ ਜਿਹੜਾ ਹੈਗਾ ਦੇਖਣ ਵਾਲਾ ਹੋਏਗਾ। ਤਾਂ ਉਹ ਉਸੇ ਤਰ੍ਹਾਂ ਦਾ ਆਸ ਕੀਤੀ ਜਾ ਰਹੀ ਹੈ ਕਿ ਜਦੋਂ ਸਮਾਪਤੀ ਸਮਾਗਮ ਹੋਏਗਾ ਕਰੀਬ ਮਹੀਨੇ ਬਾਅਦ ਤਾਂ ਉੱਥੇ ਕਿਸ ਤਰ੍ਹਾਂ ਦੀ ਰੂਹਾਨੀਅਤ ਵਾਲਾ ਮਾਹੌਲ ਹੋਏਗਾ ਉਹ ਦੇਖਣ ਵਾਲਾ ਹੋਏਗਾ। ਜੀ ਬਿਲਕੁਲ ਬਿਲकुल ਉਹ ਰੂਹਾਨੀਅਤ ਵਾਲਾ ਮਾਹੌਲ ਦੇਖਣ ਵਾਲਾ ਹੋਏਗਾ। ਨਪਿੰਦਰ ਤਸਵੀਰਾਂ ਤੁਸੀਂ ਦਿਖਾ ਰਹੋ, ਮੈਂ ਇੱਕ ਵਾਰ ਰਾਜੀਵ ਦਾ ਰੁਖ ਕਰਦਾ ਹੈ, ਰਾਜੀਵ ਦੇ ਕੋਲ ਜਾਣਾ ਮੈਂ। ਰਾਜੀਵ ਕਿਉਂਕਿ ਅੰਦਰ ਸ਼ਾਇਦ ਗਏ ਹੋਏ ਨੇ, ਰਾਜੀਵ ਦਾ ਰੁਖ ਕਰਦੇ ਆ। ਰਾਜੀਵ ਜੇਕਰ ਮੇਰੀ ਆਵਾਜ਼ ਆ ਪਾ ਰਹੀ ਹੈ, ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਔਰ ਕੀ ਕੁਝ ਦੇਖ ਪਾ ਰਹੇ ਹੋ ਉੱਥੇ? ਜੀ ਬਿਲਕੁਲ ਗਗਨ, ਇਸ ਵੇਲੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਇੱਕ ਇਮਾਰਤ ਦੇ ਉੱਪਰ ਔਰ ਉੱਥੋਂ ਅਸੀਂ ਤਸਵੀਰ ਸਾਂਝੀ ਕਰ ਰਹੇ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਨਜ਼ਰ ਆ ਰਹੀ ਹੈ। ਔਰ ਕੁਝ ਦੇਰ ਪਹਿਲਾਂ ਜਿਹੜੀ ਅਰਦਾਸ ਕੀਤੀ ਗਈ ਹੈ, ਅਰਦਾਸ ਦੀ ਸਮਾਪਤੀ ਹੋ ਚੁੱਕੀ ਹੈ ਔਰ ਅਰਦਾਸ ਤੋਂ ਬਾਅਦ ਜੋ ਖਾਲਸਾ ਵਹੀਰ ਹੈ ਉਸ ਦੀ ਸ਼ੁਰੂਆਤ ਹੁਣ ਹੋਣੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਮੱਸਿਆ ਦਾ ਦਿਹਾੜਾ ਵੀ ਹੈ। ਤਾਂ ਅਮੂਮਨ ਹਰ ਮੱਸਿਆ ਤੇ ਵੱਡੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਹਰਿਮੰਦਰ ਸਾਹਿਬ ਪਹੁੰਚਦੀ ਹੈ, ਪਰ ਅੱਜ ਖਾਸ ਇੱਕ ਜਿਹੜਾ ਸੱਦਾ ਦਿੱਤਾ ਗਿਆ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਮੁਖੀ ਨੇ ਅੰਮ੍ਰਿਤਪਾਲ ਸਿੰਘ, ਤਾਂ ਉਹਨਾਂ ਵੱਲੋਂ ਇੱਕ ਜਿਹੜੀਆਂ ਖਾਲਸਾ ਪੰਥ ਦੀਆਂ ਰਵਾਇਤਾਂ ਨੇ, ਖਾਲਸਾਈ ਜਿਹੜੀ ਰਵਾਇਤ ਹੈ ਉਸ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਦੇ ਨਾਲ ਖਾਲਸਾ ਵਹੀਰ ਜੋ ਹੈ ਉਸ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਰ੍ਹਾਂ ਨਪਿੰਦਰ ਨੇ ਵੀ ਦੱਸਿਆ ਕਿ ਅਕਾਲ ਤਖਤ ਸਾਹਿਬ ਤੋਂ ਇਸ ਖਾਲਸਾ ਵਹੀਰ ਦੀ ਸ਼ੁਰੂਆਤ ਹੋਣੀ ਹੈ ਔਰ ਅਨੰਦਪੁਰ ਸਾਹਿਬ ਦੀ ਜਿਹੜੀ ਪਵਿੱਤਰ ਧਰਤੀ ਹੈ ਉੱਥੇ ਇਸ ਖਾਲਸਾ ਵਹੀਰ ਦੀ ਸੰਪੂਰਨਤਾ ਹੋਣੀ ਹੈ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਕਾਲ ਤਖਤ ਸਾਹਿਬ ਦੇ ਠੀਕ ਬਾਹਰ ਇਸ ਵੇਲੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਮਰਥਕ ਨੇ
ਉਹਨਾਂ ਤੋਂ ਇਲਾਵਾ ਸੰਗਤ ਜਿਹੜੀ ਹੈ ਦੂਰ ਦੂਰ ਤੋਂ ਹਰਿਮੰਦਰ ਸਾਹਿਬ ਜੋ ਨਤਮਸਤਕ ਹੋਣ ਦੇ ਲਈ ਪਹੁੰਚੀ ਹੈ, ਉਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਇਸ ਵੇਲੇ ਹਰਿਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਦਰਮਿਆਨ ਨਜ਼ਰ ਆ ਰਹੀ ਹੈ। ਤਾਂ ਇਹ ਸੰਗਤ ਦਾ ਇੱਥੇ ਇਕੱਤਰ ਹੋਣ ਦਾ ਇੱਕੋ ਇੱਕ ਮਕਸਦ ਹੈ ਕਿ ਜੋ ਸੱਦਾ ਦਿੱਤਾ ਗਿਆ ਕਿ ਨੌਜਵਾਨਾਂ ਨੂੰ ਖਾਸ ਤੌਰ ਤੇ ਜਿਹੜੀ ਨਵੀਂ ਪੀੜ੍ਹੀ ਹੈ ਉਸ ਨੂੰ ਜਿਹੜੀਆਂ ਖਾਲਸਾਈ ਰਵਾਇਤਾਂ ਨੇ, ਖਾਲਸਾ ਪੰਥ ਦੀਆਂ ਜਿਹੜੀਆਂ ਰਵਾਇਤਾਂ ਨੇ ਉਸ ਦੇ ਬਾਰੇ ਜਾਣੂ ਕਰਵਾਇਆ ਜਾ ਸਕੇ, ਕਿਉਂਕਿ ਖਾਲਸਾ ਰਾਜ ਦੇ ਵਿੱਚ ਵੀ ਪਹਿਲਾਂ ਅਜਿਹੀਆਂ ਜਿਹੜੀਆਂ ਵਹੀਰਾਂ ਨੇ ਉਹ ਕੱਤੀਆਂ ਜਾਂਦੀਆਂ ਸੀ। ਤਾਂ ਵਹੀਰ ਸ਼ਬਦ ਅਸੀਂ ਅਕਸਰ ਧਾਰਮਿਕ ਦੀਵਾਨਾਂ ਦੇ ਵਿੱਚ ਸੁਣਦੇ ਹਾਂ, ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਇਹਨਾਂ ਧਾਰਮਿਕ ਸਮਾਗਮ ਦੇ ਵਿੱਚ ਵਹੀਰਾਂ ਕੱਤ ਕੇ ਸੰਗਤ ਜੋ ਹੈ ਪਹੁੰਚੇ। ਤਾਂ ਵਹੀਰ ਦਾ ਜੇਕਰ ਅਸੀਂ ਸੌਖੇ ਸ਼ਬਦਾਂ ਦੇ ਵਿੱਚ ਜ਼ਿਕਰ ਕਰੀਏ ਤਾਂ ਇਸ ਨੂੰ ਇੱਕ ਕਾਫਲੇ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਕਿ ਜਦੋਂ ਇੱਕ ਕੋਈ ਵੀ ਕੋਈ ਜਥੇਦਾਰ, ਕੋਈ ਆਗੂ ਜਾਂ ਕੋਈ ਇਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ, ਤਾਂ ਉਹ ਇਸ ਵਹੀਰ ਦੀ ਅਗਵਾਈ ਕਰਨਗੇ। ਤਾਂ ਉਹ ਕਾਫਲਾ ਜੋ ਹੈ ਜਦੋਂ ਇੱਥੋਂ ਸ਼ੁਰੂ ਹੋਏਗਾ ਤਾਂ ਰਸਤੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੱਦਾ ਦਿੱਤਾ ਗਿਆ ਕਿ ਹਰ ਕੋਈ, ਜ਼ਰੂਰੀ ਨਹੀਂ ਕਿ ਸਿੱਖ ਧਰਮ ਦੇ ਨਾਲ ਜੁੜੇ ਲੋਕ ਹੀ ਇਸ ਵਹੀਰ ਦਾ ਹਿੱਸਾ ਹੋ ਸਕਦੇ ਨੇ, ਬਲਕਿ ਹਰ ਇੱਕ ਧਰਮ ਨੂੰ ਸੱਦਾ ਦਿੱਤਾ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਜਾਂਦਾ ਹੈ। ਔਰ ਦੂਸਰੀ ਗੱਲ, ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਨੇ, ਤਾਂ ਉਹ ਵੀ ਇਹੀ ਸੰਦੇਸ਼ ਉੱਥੋਂ ਵੀ ਹਰ ਕਿਸੇ ਨੂੰ ਮਿਲਦਾ ਕਿ ਸਾਰੇ ਧਰਮਾਂ ਦਾ ਇੱਕੋ ਜਿਹਾ ਇੱਥੇ ਸਨਮਾਨ ਹੈ, ਇੱਕੋ ਪੰਗਤ ਦੇ ਵਿੱਚ ਬੈਠ ਕੇ ਹਰ ਕੋਈ ਲੰਗਰ ਛਕ ਸਕਦਾ। ਤਾਂ ਇਸ ਵਹੀਰ ਦਾ ਮਕਸਦ ਵੀ ਇਹੀ ਹੈ ਕਿ ਇੱਕ ਤਾਂ ਸਾਰੇ ਭਾਈਚਾਰਿਆਂ ਨੂੰ ਇਕੱਤਰ ਕੀਤਾ ਜਾਵੇ, ਇੱਕ ਲੜੀ ਦੇ ਵਿੱਚ ਪਰੋਇਆ ਜਾਵੇ, ਉਸ ਦੇ ਨਾਲ ਜਿਹੜੇ ਨੌਜਵਾਨ ਨੇ ਖਾਸ ਤੌਰ ਤੇ ਜੋ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਇੱਕ ਮੁਹਿੰਮ ਵੀ ਵਿੱਢੀ ਗਈ ਹੈ ਤਾਂ ਕਿ ਉਹਨਾਂ ਨੂੰ ਦੁਬਾਰਾ ਤੋਂ ਸਿੱਖੀ ਸਰੂਪ ਦੇ ਵਿੱਚ ਲਿਆਂਦਾ ਜਾ ਸਕੇ, ਨਸ਼ਿਆਂ ਤੋਂ ਉਹਨਾਂ ਨੂੰ ਦੂਰ ਰੱਖਿਆ ਜਾ ਸਕੇ। ਤਾਂ ਜਿਸ ਤਰ੍ਹਾਂ ਨਪਿੰਦਰ ਨੇ ਵੀ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ ਇਹ ਖਾਲਸਾ ਵਹੀਰ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਏਗੀ ਤਾਂ ਪਹਿਲਾ ਜਿਹੜਾ ਪੜਾਅ ਹੈ ਜੰਡਿਆਲਾ ਗੁਰੂ, ਉੱਥੇ ਇਸ ਵਹੀਰ ਨੇ ਰੁਕਣਾ ਹੈ ਵਿਸ਼ਰਾਮ ਦੇ ਲਈ। ਰਾਤ ਉੱਥੇ ਜੋ ਹੈ ਉੱਥੇ ਜਿੱਥੇ ਜਿੰਨੀ ਵੀ ਸੰਗਤ ਜਿਹੜੀ ਇਸ ਵਹੀਰ ਦਾ ਹਿੱਸਾ ਹੋਏਗੀ ਉਹ ਜੰਡਿਆਲਾ ਗੁਰੂ ਦੇ ਵਿੱਚ ਵਿਖੇ ਹੀ ਰੁਕੇਗੀ। ਉਸ ਤੋਂ ਇਲਾਵਾ ਰਾਤ ਵੇਲੇ ਜਿਹੜੇ ਰਾਗੀ ਜੱਥੇ ਨੇ, ਢਾਡੀ ਜੱਥੇ ਨੇ, ਉਹ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਬਾਰੇ, ਖਾਲਸਾ ਪੰਥ ਬਾਰੇ ਜੋ ਹੈ ਉਹ ਚਾਨਣਾ ਪਾਉਣਗੀਆਂ। ਤਾਂ ਅਗਲੇ ਦਿਨ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਗਿਆ। ਜਿੱਥੇ ਜਿੱਥੇ ਵੀ ਜਿਹੜੇ ਪੜਾਅ ਬਣਾਏ ਗਏ ਨੇ, ਜਦੋਂ ਵੀ ਰਾਤ ਇਹ ਵਹੀਰ ਉੱਥੇ ਰੁਕਦੀ ਹੈ ਤਾਂ ਅਗਲੇ ਦਿਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਏਗਾ। ਹਾਲਾਂਕਿ ਜਦੋਂ ਇਸ ਖਾਲਸਾ ਵਹੀਰ ਦੀ ਸ਼ੁਰੂਆਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਕਈ ਜਿਹੜੀਆਂ ਅਪੀਲਾਂ, ਕਈ ਜਿਹੜੀਆਂ ਗੁਜ਼ਾਰਿਸ਼ਾਂ ਵੀ ਕੀਤੀਆਂ ਗਈਆਂ ਸੀ ਕਿ ਜਿਹੜੇ ਜਿਹੜੇ ਲੋਕ ਇਸ ਵਹੀਰ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਇਹਤਿਆਤ ਵਰਤਣ ਦੀ ਲੋੜ। ਇੱਕ ਤਾਂ ਮੋਬਾਈਲ ਵੀਡੀਓਗ੍ਰਾਫੀ, ਫੋਟੋਗ੍ਰਾਫੀ ਦੇ ਉੱਤੇ ਪਾਬੰਦੀ ਦਾ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਰਸਤੇ ਦੇ ਵਿੱਚ ਸਿਰਫ ਤੇ ਸਿਰਫ ਗੁਰੂ ਜਸ ਗਾਇਨ ਕਰਦੀਆਂ ਸੰਗਤਾਂ ਹੀ ਇਸ ਖਾਲਸਾ ਵਹੀਰ ਦਾ ਹਿੱਸਾ ਬਣਨ। ਉਸ ਵੇਲੇ ਰਸਤੇ ਦੇ ਵਿੱਚ ਜੋ ਕੁਝ ਵੀ ਕਿਉਂਕਿ ਇਸ ਵਿੱਚ ਜੇਕਰ ਮੈਂ ਖਾਲਸਾ ਵਹੀਰ ਬਾਰੇ ਜਿਹੜੇ ਨੌਜਵਾਨ ਪੀੜ੍ਹੀ ਨਹੀਂ ਜਾਣਦੀ ਤਾਂ ਬਹੁਤ ਸਾਰੇ ਨਗਰ ਕੀਰਤਨ, ਬਹੁਤ ਸਾਰੇ ਮਹੱਲੇ ਦੇਖੇ ਹੋਣਗੇ ਨੌਜਵਾਨਾਂ ਨੇ, ਤਾਂ ਉਸੇ ਹੀ ਤਰਜ਼ ਦੇ ਉੱਤੇ, ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਨਿਸ਼ਾਨਸੀ ਸਿੰਘ ਨੇ, ਉਸ ਤੋਂ ਬਾਅਦ 5 ਪਿਆਰੇ ਜੋ ਨੇ ਉਹ ਇਸ ਵਹੀਰ ਦੀ ਅਗਵਾਈ ਕਰਨਗੇ। ਤਾਂ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਪਾਲ ਸਿੰਘ ਅਕਾਲ ਤਖਤ ਸਾਹਿਬ ਦੇ ਅੰਦਰ ਹੁਣ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ। ਕੁਝ ਦੇਰ ਪਹਿਲਾਂ ਅਕਾਲ ਤਖਤ ਸਾਹਿਬ ਦੇ ਬਾਹਰ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ, ਅਰਦਾਸ ਜਿਹੜੀ ਹੈ ਉਹ ਕੀਤੀ ਗਈ। ਔਰ ਹੁਣ ਇਸ ਵੇਲੇ ਅੰਮ੍ਰਿਤਪਾਲ ਸਿੰਘ ਅਕਾਲ ਤਖਤ ਸਾਹਿਬ ਦੇ ਅੰਦਰ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ। ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਵੇਲੇ ਸੰਗਤ ਤੁਸੀਂ ਦੇਖ ਸਕਦੇ ਹੋ। ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਠੀਕ ਬਾਹਰੋਂ ਸਾਂਝੀਆਂ ਕਰ ਰਹੇ ਹਾਂ। ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਇੱਥੇ ਜੁਟੀ ਹੋਈ ਹੈ। ਹਾਲਾਂਕਿ ਬਹੁਤ ਜਦੋਂ ਜ਼ਿਆਦਾ ਸੰਗਤ ਹੁੰਦੀ ਹੈ ਤਾਂ ਨੈਟਵਰਕ ਦੀ ਵੀ ਦਿੱਕਤ ਆਉਂਦੀ ਹੈ। ਇਸ ਵੇਲੇ ਤੁਸੀਂ ਦੇਖੋ ਕਿ ਜੋ ਖਾਲਸਾਈ ਰਵਾਇਤੀ ਸ਼ਸਤਰ ਨੇ ਉਹ ਇਸ ਵੇਲੇ ਜਿੰਨੇ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ ਨੌਜਵਾਨ ਨੇ ਉਹ ਇਸ ਵੇਲੇ ਖਾਲਸਾਈ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਠੀਕ ਬਾਹਰ ਨਜ਼ਰ ਆ ਰਹੇ ਨੇ। ਤਾਂ ਹੁਣ ਇੱਥੋਂ ਅੰਮ੍ਰਿਤਪਾਲ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਉਸ ਤੋਂ ਬਾਅਦ ਇਸ ਖਾਲਸਾ ਵਹੀਰ ਦੀ ਜਿਹੜੀ ਰਸਮੀ ਸ਼ੁਰੂਆਤ ਅਸੀਂ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਏਗੀ। ਇਹ ਖਾਲਸਾ ਵਹੀਰ ਜੋ ਹੈ ਉਹ ਇੱਥੋਂ ਆਰੰਭ ਹੋਏਗੀ ਔਰ ਆਪਣੇ ਅਗਲੇ ਯਾਨੀ ਕਿ ਜਿਹੜਾ ਪਹਿਲਾ ਪੜਾਅ ਹੈ ਉਸ ਵਾਲੇ ਪਾਸੇ ਰਵਾਨਾ ਹੋਏਗੀ। ਔਰ ਪਹਿਲੇ ਪੜਾਅ ਤੇ ਅੱਜ
ਪਹੁੰਚਣ ਦੇ ਲਈ ਕਿੰਨਾ ਸਮਾਂ ਲੱਗਦਾ ਹੈ ਇਹ ਵੀ ਹਾਲੇ ਕਹਿਣਾ ਸੰਭਵ ਨਹੀਂ ਹੈ, ਕਿਉਂਕਿ ਕਿਸ ਢੰਗ ਦੇ ਨਾਲ ਸੰਗਤ ਇਸ ਵਹੀਰ ਦਾ ਹਿੱਸਾ ਬਣਦੀ ਹੈ, ਕਿੰਨੀ ਵੱਡੀ ਸੰਗਤ ਇਸ ਵਹੀਰ ਦੇ ਨਾਲ ਤੁਰਦੀ ਹੈ, ਉਹ ਆਪਣੇ ਆਪ ਦੇ ਵਿੱਚ ਦੇਖਣ ਵਾਲੀਆਂ ਤਸਵੀਰਾਂ ਜ਼ਰੂਰ ਹੋਣਗੀਆਂ।